ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਤਬ ਲੱਧੇ ਹਰ ਖਤ ਨਰ ਭੇਜਿਓ। ਸ਼੍ਰੀ ਸਤ ਗੁਰ ਟਿਗ ਲਏ ਬੁਲਾਏ। ਗਰ ਅੰਚਰ ਕਰ ਜੋਰ ਦੀਨ ਕਹਿ। ਸ਼ਰਨ ਸ਼ਰਨ ਰਾਖਾ ਸੁਖ ਦਾਏ। ਤਬ ਲੱਧੇ ਹਰਖਤ ਨਰ ਭੇਜਿਓ।
ਸ਼੍ਰੀ ਸਤ ਗੁਰ ਟਿਗ ਲਏ ਬੁਲਾਏ। ਘਰ ਅੰਚਰ ਕਾਰ ਜੋਰ ਦੀਨ ਕਹੈ। ਸ਼ਰਨ ਸ਼ਰਨ ਰਾਖਾ ਸੁਖ ਦਾਏ। ਪਰੇ ਅਗਾਰੀ ਗਹਿ ਪਗ ਪੰਕਜ। ਦ੍ਰਿਗ ਤੇ ਨਿਕਰਤ ਜਲ ਕੇ ਆਏ। ਛਿਮਹਾ ਛਿਮਹਾ ਪ੍ਰਭ ਹਮਹਾ ਆਪ ਆਬ। ਕਰੀ ਉਚਿਤ ਇਹ ਦਈ ਸਜਾਏ। ਤਬ ਲੱਧੇ ਹਰਖਤ ਨਰ ਭੇਜਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਗੁਰੂ ਗਰੀਬ ਨਵਾਜ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ। ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ। ਬਿਨਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ। ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ। ਸਦਾ ਸਦਾ ਬਲਿਹਾਰੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨਿਹਚਲ ਚੌਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਸਦਕਾ ਔਰ ਵੱਡੇ ਭਾਗਾਂ ਦੇ ਸਦਕਾ ਹੀ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਵਡਭਾਗੇ ਹਾਂ ਜੋ ਨਿਤਾ ਪ੍ਰਤੀ ਜਗ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਸਿਫਤ ਸ਼ਲਾਘਾ ਸ਼ਰਵਣ ਕਰਨ ਦੇ ਸੁਭਾਗ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸ਼ਰਵਣ ਕਰਨ ਦਾ ਸਬੱਬ ਪ੍ਰਾਪਤ ਹੋ ਰਿਹਾ ਹੈ। ਨਿਤਾ ਪ੍ਰਤੀ ਗਰੀਬ ਨਵਾਜ ਸਤਿਗੁਰਾਂ ਦੀ ਆਪਾਂ ਸੋਭਾ ਸ਼ਰਵਣ ਕੀਤੀ ਹੈ। ਜੋ ਪਾਵਨ ਪਵਿੱਤਰ ਇਤਿਹਾਸ ਧੰਨ ਬਾਬਾ ਰਾਮ ਕੁਇਰ ਸਾਹਿਬ ਜੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਗਮਨ ਪਿੱਛੋਂ ਰਮਦਾਸ ਕੇ ਨਗਰ ਵਿੱਚ ਆਏ ਕੁਝ ਵੈਰਾਗੀ ਸਿੰਘਾਂ ਨੂੰ ਸੁਣਾਉਣਾ ਕੀਤਾ। ਸਤਿਗੁਰਾਂ ਦੇ ਸ਼ਬਦ ਦਰਸ਼ਨ ਕਰਵਾਏ। ਜਿਨ੍ਹਾਂ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਨੂੰ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਬਦ ਦਰਸ਼ਨ ਤੁਸਾਂ ਕਰਵਾਇਆ ਹੈ, ਇਸੇ ਤਰ੍ਹਾਂ 10 ਪਾਤਸ਼ਾਹੀਆਂ ਦਾ ਇਤਿਹਾਸ ਸ਼ਰਵਣ ਕਰਾਊ ਜੀ। ਉਹ ਸਾਰਾ ਇਤਿਹਾਸ ਫਿਰ ਵਾਰਤਕ ਰੂਪ ਅੰਦਰ ਮਹਾਂਪੁਰਖ ਬਾਬਾ ਰਾਮ ਕੌਰ ਜੀਆਂ ਸ਼ਰਵਣ ਕਰਵਾਇਆ। ਉਹ ਸਾਰਾ ਇਤਿਹਾਸ ਲਿਖਿਆ ਵੀ ਗਿਆ। ਭਾਈ ਸਾਹਿਬ ਸਿੰਘ ਜੀ ਲਿਖਾਰੀ ਲੱਗੇ ਸਨ ਅਤੇ ਉਹ ਜਦੋਂ ਕਵੀ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣ ਲੱਗੇ ਉਦੋਂ ਸਤਸੰਗ ਦੀ ਇਤਿਹਾਸ ਦੀ ਲਿਖਤਾਂ ਦੀ ਲੋੜ ਹੈ ਸੀ। ਇਹ ਬੜਾ ਵੱਡਾ ਖਰੜਾ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੇ ਹੱਥ ਲੱਗਾ ਹੈ ਸੀ। ਇਸ ਕਰਕੇ ਇਹ ਸਾਰਾ ਇਤਿਹਾਸ ਕਵੀ ਜੀਆਂ ਸ਼੍ਰੀ ਕਾਬ ਬਾਚ ਨਹੀਂ ਧੰਨ ਬਾਬਾ ਰਾਮ ਕੁਇਰ ਬਾਚ ਲਿਖਣਾ ਕੀਤਾ ਵੀ ਉਹ ਕਹਿ ਰਹੇ ਹੈ, ਕਿਉਂਕਿ ਸਿੰਘਾਂ ਨੂੰ ਹੀ ਸੁਣਾ ਰਹੇ। ਇਤਿਹਾਸ ਸੁਣਾਉਂਦਿਆਂ ਜਦੋਂ ਪ੍ਰਸੰਗ ਆਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਣ ਦਾ, ਉੱਥੇ ਫਿਰ ਜ਼ਿਕਰ ਆਇਆ ਕਿ
ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਰਾਮਕਲੀ ਦੀ ਵਾਰ ਲਿਖੀ। ਰਾਮਕਲੀ ਰਾਗ ਅੰਦਰ ਰਾਏ ਸੱਤਾ ਰਾਏ ਬਲਵੰਡ ਜੀਆਂ ਸੁਣਾਈ ਸੀ ਸੋਭਾ, ਉਹ ਵਾਰ ਦਰਜ ਹੈ। ਸਿੱਖਾਂ ਸਿੰਘਾਂ ਪੁੱਛਿਆ ਵੀ ਬਾਬਾ ਜੀ ਉਹ ਵਾਰ ਕੌਣ ਸਨ ਲਿਖਣ ਵਾਲੇ? ਸੱਤਾ ਜੀ, ਬਲਵੰਡ ਜੀ। ਬੜੀ ਸੋਭਾ ਗਾਈ। ਉਹਨਾਂ ਦਾ ਜ਼ਿਕਰ ਵੀ ਦੱਸੋ, ਇਤਿਹਾਸ ਸੁਣਾਓ। ਫਿਰ ਦੱਸਿਆ ਭਾਈ ਰਾਮਕੋਇਰ ਸਾਹਿਬ ਜੀਆਂ ਕਿ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹਨ ਤਾਂ ਕੀਰਤਨੀਏ ਘਰਦਾਰ ਦੇ, ਪਰ ਗੁਣ ਔਗਣ ਸਾਰਿਆਂ ਵਿੱਚ ਹੀ ਹੁੰਦੇ ਹੈ। ਤੇ ਹੰਕਾਰੀ ਹੋ ਗਏ ਸੀ ਵਿਦਿਆ ਕਰਕੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬੇਮੁਖ ਹੋ ਗਏ। ਕੀਰਤਨ ਕਰਦਿਆਂ ਕਰਦਿਆਂ ਕਿਤੇ ਸੋਭਾ ਗਾਉਂਦੀ ਸੀ ਰਸਨਾ, ਭਾਵੀ ਨੇ ਪ੍ਰੇਰ ਕੇ ਉਸੇ ਰਸਨਾ ਤੋਂ ਨਿੰਦਾ ਕਰਵਾ ਦਿੱਤੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਨਿੰਦਾ ਸੁਣ ਕੇ ਮਹਾਰਾਜ ਦੇ ਮੁਖੋਂ ਬਚਨ ਛੁੱਟੇ ਕਿ ਕੋੜੀ ਹੋਵੋਗੇ। ਜਿਹੜੀ ਰਸਨਾ ਦੇ ਨਾਲ ਸਤਿਗੁਰਾਂ ਦੀ ਨਿੰਦਾ ਕਰਦੇ ਹੋ, ਇਹ ਰਸਨਾ ਵਿੱਚ ਕੀੜੇ ਪੈਣਗੇ। ਨਾਲੇ ਵੀ ਕਹਿ ਦਿੱਤਾ ਵੀ ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ, ਜੋ ਇਹਨਾਂ ਦਾ ਕੋਈ ਸਿਫਾਰਸ਼ੀ ਵਿਚੋਲਾ ਬਣੇਗਾ ਸਾਡੀ ਸੁਲ੍ਹਾ ਕਰਾਉਣ ਵਾਸਤੇ, ਉਹਦਾ ਮੂੰਹ ਕਾਲਾ ਕਰਕੇ ਅਸੀਂ ਗਧੇ 'ਤੇ ਚੜਾਵਾਂਗੇ, ਢੋਲ ਵਾਲਾ ਅੱਗੇ ਲਾਵਾਂਗੇ। ਜਿਸ ਕਰਕੇ ਮਹਾਰਾਜ ਦਾ ਬਚਨ ਤਾਂ ਸਫਲ ਹੋਣਾ ਹੀ ਸੀ। ਕੁਝ ਹੀ ਦਿਨਾਂ ਵਿੱਚ ਕੋਹੜ ਹੋ ਗਿਆ। ਬੜੇ ਦੁਖੀ ਹੋਏ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼। ਬੜੇ ਥਾਂ ਜਾ ਜਾ ਕੇ ਰੋਂਦੇ ਐ, ਤੋ ਕੋਈ ਵੀ ਇਹਨਾਂ ਦਾ ਵਿਚੋਲਾ ਬਣਨ ਨੂੰ ਤਿਆਰ ਨਹੀਂ। ਸਾਰੇ ਜਾਣਦੇ ਆ ਵੀ ਮਹਾਰਾਜ ਗੁੱਸੇ ਹੋਣਗੇ, ਇਹਨਾਂ ਪਾਪੀਆਂ ਪਿੱਛੇ ਅਸੀਂ ਕਿਉਂ ਆਪਣੀ ਜਾਣ 'ਤੇ ਸਹੇੜੀਏ ਜਾਂ ਮਹਾਰਾਜ ਦੀ ਕ੍ਰੋਧ ਨੂੰ, ਗੁੱਸੇ ਨੂੰ ਸਹੇੜੀਏ। ਤੋ ਸਾਧ ਸੰਗਤ ਜੀ, ਸਿੱਖ ਬਹੁਤ ਹੁੰਦੇ ਹੈ, ਅਸੀਂ ਵੀ ਸਿੱਖ ਕਹਾਉਂਦੇ ਹਾਂ, ਪਰ ਕੋਈ ਵਿਰਲਾ ਇਹੋ ਜਿਹਾ ਸਿੱਖ ਹੈ ਜਿਹੜਾ ਕਿਸੇ ਟੁੱਟੇ ਸਿੱਖ ਨੂੰ ਫਿਰ ਗੁਰੂ ਨਾਲ ਜੋੜੇ। ਜੁੜਿਆਂ ਨੂੰ ਤੋੜਨ ਵਾਲੇ ਸੰਸਾਰ ਵਿੱਚ ਬਹੁਤ ਮਿਲ ਜਾਂਦੇ ਹੈ। ਕੋਈ ਬਾਣੀ ਪੜ੍ਹਦਾ ਹੈ, ਉਹਨੂੰ ਮਜ਼ਾਕ ਕਰਨ ਵਾਲੇ ਵੀ ਬਹੁਤ ਹੋਣਗੇ। ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨਾਲੋਂ ਤੋੜਨ ਵਾਲੇ ਬਹੁਤ ਮਿਲ ਜਾਂਦੇ ਹੈ, ਪਰ ਟੁੱਟੇ ਨੂੰ ਜੋੜਨ ਵਾਲਾ ਕੋਈ ਵਿਰਲਾ ਹੈ। ਟੁੱਟੇ ਨੂੰ ਜੋੜਨ ਦਾ ਸੁਭਾਗ ਪ੍ਰਾਪਤ ਹੋਇਆ ਪਰਉਪਕਾਰੀ ਭਾਈ ਲੱਦਾ ਜੀ ਲਾਹੌਰ ਵਾਲਿਆਂ ਨੂੰ। ਭਾਵੇਂ ਸੱਤਾ ਜੀ, ਬਲਵੰਡ ਜੀ ਬੜੇ ਅੰਮ੍ਰਿਤਸਰ ਸਾਹਿਬ ਦੇ ਸਿੱਖਾਂ ਪਾਸ ਗਏ, ਲਾਹੌਰ ਵਿੱਚ ਵੀ ਬੜੇ ਸਿੱਖ ਸਨ, ਪਰ ਦੁਖੀਆਂ ਦੀ ਕਿਸੇ ਬਾਂਹ ਨਾ ਪਕੜੀ। ਕਿਉਂਕਿ ਸਾਧ ਸੰਗਤ ਜੀ, ਆਪ ਦਾ ਨੁਕਸਾਨ ਕਰਾਏ ਬਿਨਾਂ ਕਦੇ ਕਿਸੇ ਦਾ ਫਾਇਦਾ ਨਹੀਂ ਹੋ ਸਕਦਾ। ਜੇ ਅਸੀਂ ਆਖੀਏ ਅੱਜ ਸਾਡੀ ਤਰਾਸਦੀ ਇਹ ਹੈ, ਅਸੀਂ ਚਾਹੁੰਦੇ ਹਾਂ ਵੀ ਅਸੀਂ ਕੌਮ ਦਾ, ਪੰਥ ਦਾ ਕੁਝ ਸਵਾਰੀਏ, ਪਰ ਨਾਲੇ ਵੀ ਚਾਹੁੰਦੇ ਹਾਂ ਵੀ ਸਾਡਾ ਘਰ ਵੀ ਸਲਾਮਤ ਰਹੇ, ਸਾਨੂੰ ਜਿਹੜਾ ਵਾ ਕੋਈ ਮੁਸ਼ਕਿਲ ਵੀ ਦਰਪੇਸ਼ ਨਾ ਆਵੇ, ਅਤੇ ਕੌਮੀ ਵੀ ਪੰਥਕ ਵੀ ਕਹਾਈਏ ਔਰ ਗੁਰੂ ਦੀ ਖੁਸ਼ੀ ਵੀ ਲਈਏ, ਸਿੱਖ ਵੀ ਸਾਰਿਆਂ ਤੋਂ ਮੋਹਰੀ ਕਹਾਈਏ, ਵਿਗੜੇ ਸਾਡਾ ਕੁਝ ਨਾ। ਪਰ ਸਾਧ ਸੰਗਤ ਜੀ, ਆਪ ਦਾ ਨੁਕਸਾਨ ਕਰਾਏ ਬਿਨਾਂ ਕਦੇ ਕਿਸੇ ਦਾ ਫਾਇਦਾ ਨਹੀਂ ਹੁੰਦਾ। ਤੁਹਾਡੇ ਕੋਲ ਜੇ 10 ਰੁਪਈਏ ਹੈ, ਕਿਸੇ ਤੁਹਾਡੇ ਮਨ 'ਚ ਆਉਂਦਾ ਵੀ ਇਹਨੂੰ 5 ਦੇਵਾਂ ਮੈਂ, ਜਾਂ ਇਹਦੇ ਕੋਲ ਵੀ 5 ਹੋਣ, ਉਹਦੇ ਵਾਸਤੇ ਸਿੱਧਾ ਹਿਸਾਬ ਹੈ ਵੀ ਤੁਹਾਨੂੰ 5 ਤਾਂ ਘਟਾਉਣੇ ਪੈਣੇ ਆਪਦੇ, ਫਿਰ ਦੂਜੇ ਕੋਲ 5 ਜਾਣਗੇ। ਜੇ ਤੁਸੀਂ ਆਖੋ ਸਾਡੇ ਕੋਲ 10 ਰਹਿਣ, ਉਹਦਾ ਵੀ ਭਲਾ ਹੋਵੇ, ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਤੋ ਹੁਣ ਸਿੱਖ ਬਹੁਤ ਹੈ। ਭਾਈ ਲੱਦਾ ਜੀ ਪਰਉਪਕਾਰੀ ਵਰਗਾ ਕੋਈ ਨਹੀਂ, ਜਿਹੜਾ ਆਖੇ ਵੀ ਮੂੰਹ ਦਾ ਕੀ ਹੈ, ਕਾਲਾ ਹੋ ਗਿਆ ਧੋ ਲਵਾਂਗੇ। ਜੇ ਸਿੱਖ ਜੁੜ ਜੇ ਗੁਰੂ ਨਾਲ ਹੋਰ ਕੀ ਚਾਹੀਦਾ। ਤੋ ਟੁੱਟੇ ਨੂੰ ਜੋੜਨ ਵਾਲੇ ਭਾਈ ਲੱਦਾ ਜੀ ਪਰਉਪਕਾਰੀ ਦੀ ਕਥਾ ਆਪਾਂ ਕੱਲ੍ਹ ਸੁਣੀ। ਭਾਈ ਲੱਦਾ ਸਾਹਿਬ ਜੀਆਂ ਨੇ ਫਿਰ
ਇਹਨਾਂ ਦੋਵਾਂ ਨੂੰ ਢੋਈ ਦਿੱਤੀ, ਘਰ ਵਿੱਚ ਨਿਵਾਸ ਬਖਸ਼ਿਆ, ਜਲ ਪਾਣੀ ਛਕਾਇਆ ਔਰ ਫਿਰ ਇਹਨਾਂ ਨੂੰ ਧਰਵਾਸ ਦਿੱਤੀ ਵੀ ਮੈਂ ਕੱਲ੍ਹ ਕੋਸ਼ਿਸ਼ ਕਰਾਂਗਾ। ਗਧਾ ਪਾੜੇ 'ਤੇ ਮੰਗਾ ਕੇ ਢੋਲੀ ਅੱਗੇ ਲਾ ਲਿਆ, ਮੂੰਹ ਸਿਰ ਕਾਲਾ ਕਰਕੇ ਗਧੇ 'ਤੇ ਚੜ੍ਹ ਬੈਠੇ। ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ ਫਿਰਦੇ ਰਹੇ, ਫਿਰ ਅੰਮ੍ਰਿਤਸਰ ਸਾਹਿਬ ਦੀਆਂ ਬਾਹਰਲੀਆਂ ਗਲੀਆਂ 'ਚੋਂ ਫਿਰਦੇ ਫਿਰਦੇ ਜਦੋਂ ਹਰਿਮੰਦਰ ਸਾਹਿਬ ਪਰਿਸਰ ਦੇ ਲਾਗੇ ਆਏ, ਇੱਥੇ ਆਣ ਕਰਕੇ ਮਹਾਰਾਜ ਨੇ ਆਵਾਜ਼ ਸੁਣੀ ਵੀ ਢੋਲ ਕਾਹਤੇ ਵੱਜਦਾ ਹੈ, ਰੌਲਾ ਬਹੁਤ ਪੈਂਦਾ ਹੈ। ਕਿਸੇ ਸਿੱਖ ਨੇ ਦੱਸਿਆ ਮਹਾਰਾਜ ਤੁਹਾਡਾ ਲਾਹੌਰ ਵਾਲਾ ਸਿੱਖ ਭਾਈ ਲੱਦਾ ਜੀ ਉਹ ਕੋੜੀਆਂ ਨੂੰ ਤੁਹਾਡੇ ਨਾਲ ਫਿਰ ਮਿਲਾਉਣ ਵਾਸਤੇ ਲੈ ਕੇ ਆਇਆ ਹੈ। ਸੱਚੇ ਪਾਤਸ਼ਾਹ ਜੀ ਇੰਨੀ ਬਚਨ ਸੁਣਦਿਆਂ ਨੂੰ ਭਾਈ ਲੱਦਾ ਜੀ ਵੀ ਆ ਗਏ। ਗਧੇ 'ਤੇ ਚੜ੍ਹੇ ਚੜ੍ਹਾਏ ਫਿਰ ਬੇਨਤੀ ਉਸਤਤੀ ਕਰਦੇ ਮਹਾਰਾਜ ਤੁਹਾਡੇ ਵਰਗਾ ਕੋਈ ਪਰਉਪਕਾਰੀ ਨਹੀਂ। ਅਸੀਂ ਮਹਾਰਾਜ ਔਗਣਿਆਰੇ ਹਾਂ, ਗੁਣ ਔਗਣ ਕਰਦੇ ਰਹਿੰਦੇ ਹਾਂ, ਤੁਸੀਂ ਬਖਸ਼ਦੇ ਰਹਿੰਦੇ ਹੋ। ਬੜੀ ਸ਼ੋਭਾ ਗਾਈ, ਮਹਾਰਾਜ ਬੜੇ ਪ੍ਰਸੰਨ ਹੋਏ। ਆਖਿਆ ਭਾਈ ਲੱਦਾ ਜੀ ਜੇ ਤੁਸੀਂ ਸਿੱਧਾ ਵੀ ਸਾਡੇ ਪਾਸ ਆ ਜਾਂਦੇ ਸੱਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ, ਅਸੀਂ ਤੁਹਾਡਾ ਕਿਹਾ ਮੋੜਨਾ ਨਹੀਂ ਸੀ, ਤੁਹਾਨੂੰ ਲੋੜ ਹੀ ਨਹੀਂ ਸੀ ਆ ਖੋਟਾ ਜਿਹਾ ਭੇਖ ਬਣਾਉਣ ਦੀ, ਗਧੇ 'ਤੇ ਚੜ੍ਹਨ ਦੀ। ਭਾਈ ਲੱਦਾ ਜੀ ਕਹਿੰਦੇ ਨਹੀਂ ਮਹਾਰਾਜ ਤੁਹਾਡਾ ਬਚਨ ਵੀ ਅਸੀਂ ਪੂਰਾ ਕਰਨਾ ਸੀ, ਤੁਹਾਨੂੰ ਤੁਹਾਡਾ ਬਚਨ ਪਹਿਲਾਂ ਪੂਰਾ ਕੀਤਾ, ਹੁਣ ਫਿਰ ਬੇਨਤੀ ਕਰਦੇ ਹਾਂ ਵੀ ਮਹਾਰਾਜ ਇਹਨਾਂ ਦੋਹਾਂ ਨੂੰ ਬਖਸ਼ ਲਓ। ਕਹਿੰਦੇ ਭੁੱਲ ਹੋ ਗਈ, ਹੰਕਾਰ ਇਹਨਾਂ ਦਾ ਨਾਸ਼ ਹੋ ਚੁੱਕਾ ਹੈ। ਸੱਚੇ ਪਾਤਸ਼ਾਹ ਜੀਆਂ ਫਿਰ ਸਮਝਾਇਆ ਸੀ ਕਿ ਭਾਈ ਲੱਦਾ ਜੀ ਸਾਡਾ ਕਿਸੇ ਸਿੱਖ ਨਾਲ ਵੈਰ ਨਹੀਂ ਹੈ, ਕਦੇ ਮਾਂ ਨੂੰ ਵੀ ਪੁੱਤ ਮਾੜੇ ਲੱਗੇ ਹੈ। ਜੇ ਮਾਂ ਬੱਚੇ ਨੂੰ ਝਿੜਕਦੀ ਹੈ, ਕੁੱਟਦੀ ਮਾਰਦੀ ਹੈ, ਇਹਦਾ ਅਰਥ ਇਹ ਨਹੀਂ ਵੀ ਮਾਤਾ ਦਾ ਕੋਈ ਜਾਤੀ ਵੈਰ ਹੈ, ਮਾਤਾ ਬੱਚੇ ਦਾ ਵਿਰੋਧ ਜਾਂ ਈਰਖਾ ਵੈਰ ਕਰਦੀ ਹੈ। ਮਾਂ ਦੇ ਹਿਰਦੇ ਅੰਦਰ ਇੱਕੋ ਇੱਕ ਉਹ ਇੱਛਾ ਹੁੰਦੀ ਵੀ ਮੇਰਾ ਪੁੱਤ ਕੁੱਟ ਖਾ ਕੇ ਵੀ ਸੁਧਰ ਜਾਵੇ, ਇਹਦਾ ਨੁਕਸਾਨ ਨਾ ਹੋਵੇ। ਇਸ ਤਰ੍ਹਾਂ ਅਸੀਂ ਇਹਨਾਂ ਨੂੰ ਜੋ ਸਜ਼ਾ ਦਿੱਤੀ ਹੈ, ਇਸੇ ਸਜ਼ਾ ਵਿੱਚ ਹੀ ਇਹਨਾਂ ਦਾ ਭਲਾ ਹੈ। ਜੇ ਦਿੱਤੀ ਹੈ ਤੇ ਅੱਜ ਤੇਰੇ ਮਗਰ ਮਗਰ ਵੀ ਫਿਰਦੇ ਆ, ਜੁੜ ਵੀ ਗਏ ਆ। ਜੇ ਅਸੀਂ ਉਸੇ ਤਰ੍ਹਾਂ ਛੱਡ ਦਿੰਦੇ ਇਹਨਾਂ ਨੇ ਦਰ ਦਰ ਭਟਕਦੇ ਫਿਰਨਾ। ਸਾਨੂੰ ਲਾਜ ਹੈ ਸਿੱਖਾਂ ਦੀ। ਸੁਣ ਕੇ ਸੰਗਤਾਂ ਬਹੁਤ ਖੁਸ਼ ਹੋਈਆਂ। ਮਹਾਰਾਜ ਨੇ ਹੁਕਮ ਕੀਤਾ ਜਾਓ ਬੁਲਾ ਲਓ ਉਹਨਾਂ ਦੋਹਾਂ ਨੂੰ। ਇਹ ਕਥਾ ਆਪਾਂ ਪਿਛਲੇ ਦੀਵਾਨ ਵਿੱਚ ਸੁਣੀ। ਜਿਵੇਂ ਫਿਰ ਭਾਈ ਸੱਤਾ ਜੀ ਭਾਈ ਬਲਵੰਡ ਜੀ ਆਏ, ਮਹਾਰਾਜ ਦੇ ਚਰਨੀ ਲਾਇਆ। ਭਾਈ ਲੱਦਾ ਜੀ ਪਰਉਪਕਾਰੀਆਂ ਨੇ ਸਤਿਗੁਰਾਂ ਦੀ ਸ਼ੋਭਾ ਗਾਈ। ਫਿਰ ਜਿਵੇਂ ਕੋੜ ਦਾ ਰੋਗ ਹਟਾਇਆ ਮਹਾਰਾਜ ਨੇ ਇਹਨਾਂ ਦਾ, ਉਹ ਕਥਾ ਅੱਜ ਆਰੰਭ ਹੋਵੇਗੀ। ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਰਸਨਾ ਕਰੋ ਪਵਿੱਤਰ ਜੀ, ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਾਬ ਲੱਧੇ ਹਰ ਖਤ ਨਾਰ ਭੇਜਿਓ। ਸਤਿਗੁਰਾਂ ਨੇ ਆਖਿਆ ਭਾਈ ਲੱਦਾ ਜੀ ਜਾਓ ਬੁਲਾ ਕੇ ਲੈ ਆਓ। ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਅੰਦਰ ਹੰਕਾਰ ਨਹੀਂ ਰਿਹਾ ਤੇ ਸਾਡੇ ਪਾਸ ਭੇਜੋ, ਸੱਦੋ ਉਹਨਾਂ ਨੂੰ। ਬੜੇ ਖੁਸ਼ ਹੋਏ ਭਾਈ ਲੱਦਾ ਜੀ। ਇੱਕ ਸਿੱਖ ਨੂੰ ਭੇਜਣਾ ਕੀਤਾ ਹੈ। ਸ਼੍ਰੀ ਸਤਿਗੁਰ ਟਿਗ ਲਏ ਬੁਲਾਏ। ਇਹ ਦੋਵੇਂ ਟੁੱਟੇ ਹੋਏ ਕੋੜੇ ਭਾਈ ਸੱਤਾ ਭਾਈ ਬਲਵੰਡ ਜੀ ਇੱਕ ਸਿੱਖ ਭੇਜ ਕੇ ਭਾਈ ਲੱਦਾ ਜੀ ਨੇ ਸਤਿਗੁਰਾਂ ਦੇ ਪਾਸ ਬੁਲਾ ਲਏ ਹੈ। ਗਾਰੋ ਅੰਚਰ ਕਾਰ ਜੋਰ ਦੀਨ ਕਹਿ। ਇੱਧਰ ਇਹ ਦੋਵੇਂ ਆਏ, ਗਲ ਵਿੱਚ ਪੱਲਾ ਪਾਇਆ ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜੇ ਹਨ, ਬੜੇ ਦੁਖੀ ਹੋਏ। ਸ਼ਰਨ ਸ਼ਰਨ ਰਾਖਾ ਸੁਖ ਦਾਏ। ਮਹਾਰਾਜ ਦੇ ਚਰਨੀ ਡਿੱਗ ਕੇ ਗਲ ਵਿੱਚ ਪੱਲੇ ਪਾ ਪਾ ਕੇ ਬੇਨਤੀਆਂ ਕਰਦੇ, ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਲਓ। ਗੁਰੂ ਗਰੀਬ ਨਵਾਜ ਮਹਾਰਾਜ ਇਹ ਦੁੱਖ ਤੋਂ ਸਾਡੀ ਨਿਵਰਤੀ ਕਰਾਓ। ਮਹਾਰਾਜ ਅਸੀਂ ਤੁਹਾਡੀ ਸ਼ਰਨ ਆਏ ਹਾਂ, ਤੁਹਾਡੀ ਸ਼ਰਨ ਆਏ ਹਾਂ। ਆਪ ਦੀਨਾ ਬੰਧੂ ਦਿਆਲੂ ਕਿਰਪਾਲੂ ਹੋ। ਪਰੇ ਅਗਾਰੀ ਗਹਿ ਪਗ ਪੰਕਜ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਦੇ ਨਾਲ ਦੋਵੇਂ ਭਰਾ ਲਪਟੇ ਹੋਏ, ਇੱਕ ਸੱਜੇ ਪੈਰ ਨਾਲ ਇੱਕ ਖੱਬੇ ਨਾਲ,
ਤੇ ਬੜੇ ਰੋਂਦੇ ਐ, ਕੁਰਲਾਉਂਦੇ ਐ, ਦੁਖੀ ਬੇਨਤੀਆਂ ਕਰਦੇ ਐ। ਦ੍ਰਿਗ ਤੇ ਨਿਕਰਤ ਜਲ ਕੇ ਘਿਆਏ। ਬੜਾ ਨੇਤਰਾਂ ਚੋਂ ਜਲ ਵਹਿੰਦਾ ਸੱਤਾ ਜੀ ਬਲਵੰਡ ਜੀ ਦੇ, ਤੇ ਬੜੇ ਘਿਗਿਆਏ ਕਹੀਏ ਲੇਲੜੀਆਂ ਕੱਢਦੇ ਐ, ਤਰਲੇ ਮਾਰਦੇ ਹਨ। ਛਿਮਹਾ ਛਿਮਹਾ ਪ੍ਰਭ ਹਮਹਾ ਆਪ ਆਬ। ਨਾਲੇ ਕਹਿੰਦੇ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲਓ, ਮਹਾਰਾਜ ਭੁੱਲ ਗਏ ਆ, ਭੁੱਲਿਆਂ ਨੂੰ ਬਖਸ਼ ਲਓ, ਅਸੀਂ ਤੁਹਾਡੀ ਸ਼ਰਨ ਵਿੱਚ ਪਏ ਹਾਂ। ਕਰੀ ਉਚਿਤ ਇਹ ਦਈ ਸਜਾਏ। ਬਾਕੀ ਜੋ ਕੁਝ ਤੁਸਾਂ ਨੇ ਸਜ਼ਾ ਦਿੱਤੀ ਅਸੀਂ ਇਸੇ ਹੀ ਦੇ ਲਾਇਕ ਸੀਗੇ, ਸਾਨੂੰ ਮਿਲਣੀ ਚਾਹੀਦੀ ਸੀ। ਜੋ ਅਸੀਂ ਕੀਤਾ ਮਹਾਰਾਜ ਉਹ ਸਾਨੂੰ ਇਹੋ ਜਿਹੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਸੀ। ਸ਼੍ਰੀ ਆਰ ਜਨ ਤਬ ਕਹਿਓ ਤਨਹਾ ਕਾਹਾ। ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਜੀਆਂ ਇਹਨਾਂ ਦੀ ਬੇਨਤੀਆਂ ਸੁਣ ਕੇ ਫਿਰ ਇਹਨਾਂ ਦੋਹਾਂ ਨੂੰ ਕਹਿਣ ਲੱਗੇ ਆ, ਸਿੱਖ ਲੱਧੇ ਕੋ ਪਾ ਉਪਕਾਰ। ਕਹਿੰਦੇ ਸੱਤਾ ਜੀ ਬਲਵੰਡ ਜੀ ਇਹ ਤਾਂ ਸਾਡਾ ਸ਼ੁਕਰਾਨਾ ਨਹੀਂ, ਸ਼ੁਕਰ ਕਰੋ ਭਾਈ ਲੱਧਾ ਜੀ ਪਰਉਪਕਾਰੀ ਦਾ। ਤੁਹਾਨੂੰ ਕਿਸੇ ਸਿੱਖ ਨੇ ਸਾਡੇ ਮੱਥੇ ਨਹੀਂ ਸੀ ਲਾਉਣਾ, ਇਹ ਤਾਂ ਵੱਡਾ ਉਪਕਾਰ ਭਾਈ ਲੱਧਾ ਜੀ ਪਰਉਪਕਾਰੀ ਦਾ ਹੈ। ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਏ ਜਿਨੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਇਸ ਕੇ ਕਹੇ ਬਖਸ਼ ਤੁਮ ਦੀਨੇ। ਤੇ ਅਸੀਂ ਵੀ ਬਖਸ਼ਣਾ ਨਹੀਂ ਸੀ, ਕੇਵਲ ਤੇ ਕੇਵਲ ਭਾਈ ਲੱਧਾ ਜੀ ਦੇ ਕਹੇ ਤੇ ਹੁਣ ਤੁਹਾਨੂੰ ਅਸੀਂ ਬਖਸ਼ ਰਹੇ ਹਾਂ, ਤੁਹਾਡੇ ਗੁਨਾਹਾਂ ਨੂੰ ਬਖਸ਼ ਰਹੇ ਹਾਂ। ਬਾਹਰ ਬੇਕਾਰ ਨ ਕਰਹਾ ਹੰਕਾਰ। ਤੇ ਇਹ ਸਾਡੀ ਤੁਹਾਨੂੰ ਮੱਤ ਹੈ ਵੀ ਅੱਗੇ ਤੋਂ ਹੰਕਾਰੀ ਵਕਾਰੀ ਨਹੀਂ ਹੋਣਾ, ਨਾ ਵਕਾਰੀ ਹੋਣਾ ਤੇ ਨਾ ਹੰਕਾਰ ਵਰਗੇ ਵਕਾਰ ਦੀ ਸੰਗਤ ਕਰਨੀ ਹੈ। ਵਿਦਿਆ ਦਾ ਹੰਕਾਰ ਨਾ ਕਰਨਾ ਕਦੇ। ਅਧਿਕ ਹੋਤੇ ਅਪਰਾਧੀ ਦੋਨੋਂ। ਹਾਂ ਕਵੀ ਜੀ ਕਹਿੰਦੇ ਦੋਵੇਂ ਬੜੇ ਭਾਰੀ ਅਪਰਾਧੀ ਸਨਗੇ, ਬੜੇ ਵੱਡੇ, ਕਿਉਂਕਿ ਗੁਰੂ ਦੀ ਨਿੰਦਾ ਕਰਨ ਨਾਲੋਂ ਵੱਡਾ ਕਿਹੜਾ ਦੋਖੀ ਹੈ। ਸਤਿਗੁਰਾਂ ਦੇ ਬੜੇ ਵੱਡੇ ਘਰ ਦੇ ਦੋਖੀ ਸਨ, ਪਾਪੀ ਸਨ। ਸ਼੍ਰੀ ਨਾਨਕ ਗੁਰ ਨਿੰਦ ਉਚਾਰ। ਮਹਾਰਾਜ ਕਹਿੰਦੇ ਭਾਈ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਨਿੰਦਾ ਕੀਤੀ ਹੈ, ਤੁਹਾਡੇ ਵਰਗਾ ਹੋਰ ਪਾਪੀ ਵੱਡਾ ਕੋਈ ਨਹੀਂ। ਤਉ ਛਿਮਾ ਇਸ ਨੇ ਕਰਵਾਈ। ਭਾਵੇਂ ਕਿ ਅਸੀਂ ਆਖਿਆ ਗਧੇ ਤੇ ਚੜਾ ਕੇ ਮੂੰਹ ਕਾਲਾ ਕਰਾਂਗੇ ਜਿਹੜਾ ਵਿਚੋਲਾ ਬਣੇਗਾ, ਪਰ ਸਦਕੇ ਆਏ ਸੱਤਾ ਬਲਵੰਡ ਜੀ ਇਹ ਭਾਈ ਲੱਧਾ ਪਰਉਪਕਾਰੀ ਦੇ, ਜਿਸ ਨੇ ਫੇਰ ਵੀ ਤੁਹਾਡੀ ਸੁਲਾਹ ਕਰਵਾਈ, ਸਾਡੇ ਪਾਸੋਂ ਤੁਹਾਨੂੰ ਬਖਸ਼ਾਉਣ ਲੈ ਕੇ ਆਇਆ ਹੈ। ਨਤ ਦੋਹ ਲੋਕਨ ਕਸ਼ਟ ਹਜ਼ਾਰ। ਬਾਕੀ ਜੇ ਇਹ ਨਾ ਬਖਸ਼ਾਉਂਦਾ ਤੁਹਾਨੂੰ ਦੋ ਲੋਕਾਂ ਵਿੱਚ ਕਸ਼ਟ, ਇੱਥੇ ਵੀ ਕੋੜ ਨਾਲ ਮਰਨਾ ਸੀ ਤੁਸਾਂ ਭੁੱਖੇ, ਤੇ ਨਾਲ ਹੀ ਪਰਲੋਕ ਵਿੱਚ ਵੀ ਬੜੇ ਦੁੱਖ ਪ੍ਰਾਪਤ ਹੋਣੇ ਸੀ। ਪੁਨ ਲੱਧੇ ਬਾਹ ਬਿਨਤੀ ਕੀ ਨਸ। ਇਸ ਤੋਂ ਬਾਅਦ ਮਹਾਰਾਜ ਸ਼ਾਂਤ ਹੋਏ, ਚੁੱਪ ਹੋ ਗਏ ਹੈ। ਭਾਈ ਲੱਧਾ ਜੀਆਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਹੈ, ਤਨ ਅਰੋਗ ਇਨਕੇ ਕਰ ਦੇਹੋ। ਹਾਂ ਮਹਾਰਾਜ ਇਹਨਾਂ ਨੂੰ ਬਖਸ਼ ਦਿੱਤਾ ਹੈ, ਤੇ ਗਰੀਬ ਨਵਾਜ ਇਹਨਾਂ ਨੂੰ ਬੜਾ ਕੋੜ ਦਾ ਜਿਹੜਾ ਰੋਗ ਲੱਗਿਆ ਭਿਅੰਕਰ ਹੀ, ਕਿਰਪਾ ਕਰੋ ਇਹਨਾਂ ਦੇ ਕੋੜ ਦਾ ਰੋਗ ਵੀ ਦੂਰ ਕਰੋ ਜੀ। ਥਗਾਵਨ ਉਚਿਤ ਸਭਾ ਮਹਿਤਾਬ। ਕਿਉਂਕਿ ਮਹਾਰਾਜ ਫਿਰ ਤੁਹਾਡੇ ਸਭਾ ਵਿੱਚ ਬਹਿ ਜਾਣਗੇ ਨਾ, ਬਹਿਣ ਯੋਗ ਹੋ ਜਾਣਗੇ, ਕੀਰਤਨ ਕਰਿਆ ਕਰਨਗੇ, ਸੱਚੇ ਪਾਤਸ਼ਾਹ ਜੀ ਗਾਵਣਗੇ, ਫੇਰ ਗਾਉਣਾ ਸ਼ੁਰੂ ਕਰਨਗੇ ਵੀ ਕੋੜੀ ਆ ਨਾ ਕੋੜ ਦੂਰ ਕਰ ਦਿਓ, ਤੇ ਮਹਾਰਾਜ ਫਿਰ ਅੱਗੇ ਤੋਂ ਕੀਰਤਨ ਦੀ ਹਾਜ਼ਰੀ ਭਰਨ ਦੀ ਇੱਛਾ ਰੱਖਦੇ ਆ। ਹੋਏ ਪੂਰਬ ਸਾਮ ਸਰ ਜਬ ਹੈ ਬਨੇਹੋ। ਜਦੋਂ ਇਹਨਾਂ ਦਾ ਸਰੀਰ ਪਹਿਲਾਂ ਵਾਂਗੂ ਦਰੁਸਤ ਫੁਰਤ ਹੋ ਜਾਵੇਗਾ, ਕੋੜ ਨਾਸ਼ ਹੋ ਜਾਵੇਗਾ। ਸ਼੍ਰੀ ਅਰਜਨ ਭਾਖਿਓ ਇਨ ਦੋਇਨ। ਭਾਈ ਲੱਧਾ ਜੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਦੋਹਾਂ ਨੂੰ ਕਹਿਣ ਲੱਗੇ ਆ, ਗੁਰ ਨਿੰਦਾ ਕੀ ਪਾ ਦੁਖ ਦੇਹੋ। ਕਹਿੰਦੇ ਤੁਹਾਨੂੰ ਜਿਹੜਾ ਦੁੱਖ ਮਿਲਿਆ ਸਰੀਰ ਨੂੰ ਕੋੜ ਦਾ, ਇਹ ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਸਤਿਗੁਰਾਂ ਦੀ ਨਿੰਦਾ ਕਰਕੇ ਮਿਲਿਆ ਹੈ। ਸੋ ਅਪਰਾਧ ਨਿਵਾਰਨ ਹੋਏ ਜਬ। ਤੇ ਇਹ ਤੁਹਾਡਾ ਅਪਰਾਧ ਜਦੋਂ ਬਖਸ਼ਿਆ ਗਿਆ ਹੈ ਸਾਡੇ ਮੂੰਹੋਂ, ਜਾਂ ਅਸੀਂ ਕਹਿ ਦਿੱਤਾ ਹੈ ਤੁਹਾਡੀ ਜਿਹੜੀ ਕੀਤੀ ਹੋਈ ਭੁੱਲ ਬਖਸ਼ ਦਿੱਤੀ ਹੈ। ਮਿਟ ਹੈ ਰੋਗ ਤਾਬ ਨਿਰਸੰਦੇਹੋ। ਕੋਈ ਨਹੀਂ ਸੰਸਾ ਨਾ ਕਰੋ, ਹੁਣ ਤੁਸੀਂ ਬਖਸ਼ੇ ਗਏ ਹੋ
ਤੇ ਤੁਹਾਡਾ ਕੋੜ ਦਾ ਰੋਗ ਵੀ ਬੜੀ ਜਲਦੀ ਹੁਣ ਨਾਸ਼ ਹੋ ਜਾਵੇਗਾ। ਜਿਸ ਮੁਖ ਤੇ ਨਿੰਦਾ ਇਨ ਭਾਖੀ, ਕਿਉਂਕਿ ਜਿਹੜੇ ਮੂੰਹ ਤੋਂ ਤੁਸੀਂ ਸਤਿਗੁਰਾਂ ਦੀ ਨਿੰਦਾ ਕੀਤੀ ਹੋਈ ਹੈ। ਤਿਸ ਤੇ ਗੁਰ ਜਾਸ ਕਰਹਿ ਬਖਾਨ। ਭਾਈ ਲੱਦਾ ਜੀ ਇਹਨਾਂ ਨੂੰ ਆਖੋ ਵੀ ਜਿਹੜੇ ਮੂੰਹ ਨਾਲ ਗੁਰੂ ਕੀ ਨਿੰਦਾ ਕਰਦੇ ਰਹੇ ਐ, ਉਸੇ ਹੀ ਮੁਖ ਦੇ ਨਾਲ ਹੁਣ ਸਤਿਗੁਰਾਂ ਦੀ ਵਡਿਆਈ ਗਾਉਣ। ਤੇ ਜਿਵੇਂ ਨਿੰਦਾ ਕਰਕੇ ਕੂੜੀ ਹੋਏ ਐ, ਵਡਿਆਈ ਕਰਕੇ ਫਿਰ ਠੀਕ ਹੋ ਜਾਵਣਗੇ। ਇਹ ਉਪਚਾਰ ਰੋਗ ਤਨ ਬਿਨਸੈ, ਇਹਨਾਂ ਦਾ ਰੋਗ ਜਿਹੜਾ ਹੈ ਕੋੜ, ਉਸ ਰੋਗ ਦਾ ਇਹੀ ਇੱਕੋ ਇੱਕ ਇਲਾਜ ਹੈ ਵੀ ਨਿੰਦਾ ਨਾਲ ਰੋਗ ਪੈਦਾ ਹੁੰਦੇ ਐ, ਗੁਰੂ ਕੀ ਸੋਭਾ ਨਾਲ ਰੋਗ ਦੂਰ ਹੁੰਦੇ ਐ। ਸੋਭਾ ਕਰਨ ਸੋਭਾ, ਜਿਸ ਦੇ ਨਾਲ ਇਹਨਾਂ ਦਾ ਰੋਗ ਦੂਰ ਹੋਵੇਗਾ। ਹੋਹਿ ਸਰੀਰ ਸੋ ਪ੍ਰਥਮ ਸਮਾਨ, ਤੇ ਇਹਨਾਂ ਦਾ ਸਰੀਰ ਪਹਿਲਾਂ ਵਾਂਗੂ ਬਿਲਕੁਲ ਠੀਕ ਹੋ ਜਾਵੇਗਾ। ਤਬ ਲੱਧੇ ਦੋਨਹਾ ਸੰਗ ਭਾਖਿਓ। ਭਾਈ ਲੱਦਾ ਜੀ ਨੇ ਮਹਾਰਾਜ ਦਾ ਹੁਕਮ ਸੁਣ ਕੇ ਦੋਵਾਂ ਦੇ ਤਾਈਂ ਭਾਈ ਸੱਤਾ ਬਲਵੰਡ ਨੂੰ ਆਖਣਾ ਕੀਤਾ ਹੈ। ਅਬ ਦੁਖ ਭੰਜਨ ਕਰਹਾ ਸ਼ਨਾਨ। ਹਾਂ ਇਹ ਸੱਤਾ ਜੀ, ਇਹ ਬਲਵੰਡ ਜੀ, ਚਲੋ ਫਿਰ ਜੇ ਰੋਗ ਨਾਸ਼ ਕਰਵਾਉਣਾ ਮਹਾਰਾਜ ਦਾ ਹੁਕਮ ਹੈ, ਦੁੱਖ ਭੰਜਨ ਸਾਹਿਬ ਬੇਰ ਸਾਹਿਬ ਹੇਠ ਪਹਿਲਾਂ ਇਸ਼ਨਾਨ ਕਰੋ। ਬ੍ਰਹਮ ਰੂਪ ਸ਼੍ਰੀ ਨਾਨਕ ਬਰਨਾ। ਫਿਰ ਜਿਹੜਾ ਅਕਾਲ ਪੁਰਖ ਬ੍ਰਹਮ ਹੈ ਨਾ, ਜਿਸ ਨੇ ਅਵਤਾਰ ਧਾਰਿਆ, ਗੁਰੂ ਨਾਨਕ ਪਾਤਸ਼ਾਹ ਰੂਪ ਧਾਰਿਆ, ਉਸ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਭਾ ਵਰਣਨ ਕਰੋ। ਮੁਖ ਦੇ ਨਾਲ ਸਤਿਗੁਰਾਂ ਦੀ ਵਡਿਆਈ ਗਾਉਣਾ ਕਰੋ। ਗੁਰਬਾਨ ਤਾਰਿਓ ਜਨਹਾ ਜਹਾਨ। ਜਿਸ ਪਰਮੇਸ਼ਰ ਨੇ ਗੁਰੂ ਨਾਨਕ ਪਾਤਸ਼ਾਹ ਬਣ ਕੇ ਤੇ ਸਮੇਂ-ਸਮੇਂ ਅਵਤਾਰ ਧਾਰ ਕੇ, ਜਾਂ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਸਰੂਪ ਧਾਰ ਕੇ ਸੰਸਾਰ ਦਾ ਕਲਿਆਣ ਕੀਤਾ ਹੈ, ਸਭ ਸੰਸਾਰ ਨੂੰ ਤਾਰਿਆ ਹੈ। ਭਿੰਨ ਭਿੰਨ ਪੁਨ ਪੰਚਾਹ ਗੁਰ ਇਸ ਕਰਕੇ ਪੰਜਾਂ ਗੁਰੂਆਂ ਦੀ ਸੋਭਾ ਗਾਉਣੀ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਸਮੇਤ ਭਿੰਨ ਭਿੰਨ ਕਰਕੇ, ਵਾਰ-ਵਾਰ ਵੱਖੋ ਵੱਖਰੀ ਕਰਕੇ। ਨਿਜੋ ਬਾਣੀ ਤੇ ਕੀਰਤ ਗਾਓ। ਆਹੋ ਆਪਦੇ ਮੁਖੋਂ ਆਪਦੀ ਗਿਰਾ ਬਾਣੀ ਦੇ ਨਾਲ, ਰਸਨਾ ਦੇ ਨਾਲ ਮਹਾਰਾਜ ਦੀ ਸੋਭਾ ਗਾਉਣੀ ਕਰੋ ਜੀ। ਹੋਏ ਨਿਸ਼ ਕਪਟ ਗਰਭ ਕੋ ਪਰ ਹਾਰ। ਤੇ ਹੁਣ ਮਨ ਵਿੱਚ ਕੋਈ ਮਾਇਆ ਕਰਕੇ ਕਪਟ ਨਾ ਰੱਖਿਆ ਜੇ, ਧੋਖਾ ਨਾ ਰੱਖਿਆ ਜੇ, ਤੇ ਗਰਭ ਜਿਹੜਾ ਹੰਕਾਰ ਹੈ ਉਹਨੂੰ ਛੱਡ ਦੇਣਾ ਕਰੋ। ਸਤ ਸੰਗਤ ਮਹਿ ਬਾਹਰ ਸਮਾਓ। ਤੇ ਸੰਗਤ ਵਿੱਚ ਫੇਰ ਸਮਾ ਜਾਓ। ਹੇ ਭਾਈ ਸੱਤਾ, ਭਾਈ ਬਲਵੰਡ ਜੀ, ਦੁੱਖ ਭੰਜਨ ਸਾਹਿਬ ਦਾ ਇਸ਼ਨਾਨ ਕਰਕੇ ਸਤਿਗੁਰਾਂ ਦੀ ਸੋਭਾ ਗਾਓ ਤੇ ਹੰਕਾਰ ਤੇ ਜਿਹੜਾ ਹੈ ਇਹ ਕਪਟ ਛੱਡ ਕੇ ਨਾ ਫਿਰ ਸੰਗਤ ਵਿੱਚ ਬਹਿਣਾ ਸ਼ੁਰੂ ਕਰੋ। ਕੀਰਤਨ ਗਾਇਆ ਕਰੋ। ਕੀਰਤਨ ਕਰਦਿਆਂ ਕਰਵਾਉਂਦਿਆਂ ਸੰਗਤ ਵਰਗੇ ਹੀ ਬਣ ਜਾਓ, ਵੀ ਆਪਦੇ ਆਪ ਨੂੰ ਵਿਸ਼ੇਸ਼ ਨਹੀਂ ਜਾਣਨਾ ਸੰਗਤ ਵਿੱਚੋਂ, ਸੰਗਤ ਦੇ ਵਿੱਚ ਸਮਾ ਜਾਣਾ ਕਰੋ। ਸੁਨ ਹਾਰ ਖੇ ਜਾਨ ਅੰਮ੍ਰਿਤ ਬਰਖੇ। ਹੁਣ ਇਹ ਕੋੜੇ ਦੋਵੇਂ ਬਖਸ਼ੇ ਗਏ। ਭਾਈ ਲੱਦਾ ਜੀ ਦੇ ਬਚਨ ਇਹਨਾਂ ਨੂੰ ਲੱਗੇ ਵੀ ਮਹਾਰਾਜ ਸਤਿਗੁਰਾਂ ਨੇ ਸਾਡੇ ਤੇ ਅੰਮ੍ਰਿਤ ਵਾਰਿਆ ਹੁੰਦਾ, ਜਿਵੇਂ ਅੰਮ੍ਰਿਤ ਦੀ ਬਰਖਾ ਪੈ ਜਾਂਦੀ ਹੈ। ਦੁਖ ਦਾਰਿਦ ਦੌਰ ਸਰਬ ਬਿਲਾਓ। ਇਹਨਾਂ ਨੂੰ ਇਸ ਤਰ੍ਹਾਂ ਲੱਗਿਆ, ਉਹ ਹਿਰਦੇ ਵਿੱਚ ਇਸ ਤਰ੍ਹਾਂ ਜਾਣਦੇ ਵੀ ਜਿਵੇਂ ਦੁੱਖ ਦਲਿੱਦਰ ਇਹਨਾਂ ਦਾ ਬਸ ਭਾਈ ਲੱਦਾ ਜੀ ਨੇ ਕਹਿ ਦਿੱਤਾ, ਮਹਾਰਾਜ ਨੇ ਕਹਿ ਦਿੱਤਾ, ਤੇ ਹੁਣੇ ਹੀ ਸਾਡਾ ਕੋੜ ਦੂਰ ਹੋ ਗਿਆ ਹੋਵੇ। ਸ੍ਰੀ ਦੁਖ ਭੰਜਨ ਮੱਜਨ ਕੀਨਾ। ਫਿਰ ਇਹਨਾਂ ਦੋਵਾਂ ਭਾਈਆਂ ਨੇ ਸਾਧ ਸੰਗਤ ਜੀ ਦੁੱਖ ਭੰਜਨ ਸਾਹਿਬ ਬੇਰ ਸਾਹਿਬ ਦੇ ਹੇਠਾਂ ਇਸ਼ਨਾਨ ਕੀਤਾ। ਜਦੋਂ ਸਿਮਰੋ ਨਾਮੋ ਸ੍ਰੀ ਗੁਰ ਕਾ ਪਾਓ। ਤੇ ਪਰਮੇਸ਼ਰ ਦਾ ਨਾਮ ਇਹਨਾਂ ਨੇ ਸਿਮਰਨਾ ਕੀਤਾ ਹੈ ਪ੍ਰੇਮ ਦੇ ਨਾਲ। ਸ੍ਰੀ ਅਰਜਨ ਕੇ ਪੁਨ ਹੋਏ ਸਨਮੁਖ। ਇਸ਼ਨਾਨ ਕਰਦੇ, ਸਤਿਗੁਰਾਂ ਦੀ ਸੋਭਾ ਕਰਦੇ ਗਾਉਂਦੇ ਹੋਏ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਹੋਏ ਜਦੋਂ ਇਸ਼ਨਾਨ ਕਰਕੇ। ਠਾਡੇ ਪਏ ਸੋ ਦਰਪ ਨਿਕੰਦ। ਤੇ ਹੰਕਾਰ ਇਹਨਾਂ ਦਾ ਕੱਟ ਦਿੱਤਾ ਸਤਿਗੁਰਾਂ ਨੇ, ਜਾਂ ਹੰਕਾਰ ਦੂਰ ਕਰਕੇ ਨਾ ਦੋਵੇਂ ਭਾਈ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋਏ ਐ। ਰੁਚਿਰ ਰਾਗਨੀ ਰਾਮ ਕਲੀ ਵਿੱਚ। ਫਿਰ ਇਹਨਾਂ ਨੇ ਮਹਾਰਾਜ ਦੇ ਸਨਮੁਖ ਖੜ ਕੇ ਦੋਵਾਂ ਭਾਈਆਂ ਨੇ
ਸੁੰਦਰ ਰਾਮ ਕਲੀ ਰਾਗ ਦੇ ਅੰਦਰ। ਕੋਰੀ ਵਾਰ ਔਰ ਧਾਰ ਆਨੰਦ। ਹਿਰਦੇ ਵਿੱਚ ਬੜਾ ਆਨੰਦ ਧਾਰ ਕੇ ਰਾਮ ਕਲੀ ਰਾਗ ਅੰਦਰ ਇੱਕ ਵਾਰ ਗਾਉਣਾ ਕੀਤੀ ਹੈ। ਪੌੜੀ ਚਾਰ ਮਝਾਰ ਕਹਿਓ ਸ਼ੁਭ। ਜਿਸ ਦੀਆਂ 4 ਪਹਿਲੀਆਂ ਪੌੜੀਆਂ ਬੜੀਆਂ ਸੋਹਣੀਆਂ ਗਾਈਆਂ ਹਨ, ਜਿਸ ਦੇ ਵਿੱਚ ਆਖਿਆ ਇਹਨਾਂ ਨੇ ਸ਼੍ਰੀ ਨਾਨਕੋ ਸੋ ਜਾਸ ਬਿਲੰਦ। ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬੜੀ ਸੋਭਾ ਗਾਈ, ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਦੀ ਔਰ ਗੁਰੂ ਰਾਮਦਾਸ ਪਾਤਸ਼ਾਹ ਦੀ ਬੜੀ ਸੋਭਾ ਗਾਈ। ਉਸ ਤਰ੍ਹਾਂ ਇਹ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਦੇ ਸਿਰਲੇਖ ਹੇਠ ਖਾਲਸਾ ਦੀ ਰਾਮਕਲੀ ਰਾਗਨੀ ਅੰਦਰ ਦਰਜ ਹੈ। ਇਹਦੀਆਂ 8 ਪੌੜੀਆਂ, ਜਿਸ ਵਿੱਚ 5 ਪਾਤਸ਼ਾਹੀਆਂ ਦੀ ਸੋਭਾ ਗਾਈ। ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵਦੈ, ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀਵਦੈ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿੱਤੋਸ ਜੀਵਦੈ। ਪਹਿਲੀ ਪੌੜੀ। ਫਿਰ ਸੱਚੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸੋਭਾ ਗਾਈ। ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀਐ, ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ, ਕਰਹਿ ਜੇ ਗੁਰ ਫੁਰਮਾਇਆ ਕਿਉ ਏਦੂ ਬੋਲਾ ਹਟੀਐ, ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚੈਨ ਛਟੀਐ, ਜਿਨ ਕੀਤੀ ਸੋਈ ਕਰੇ ਜਿਨ ਕੀਤੀ ਸੋਈ ਕਰੇ। ਇਹ ਸ਼ਬਦ ਫਿਰ ਦੂਸਰੀ ਪੌੜੀ ਅੰਦਰ ਗੁਰੂ ਅੰਗਦ ਪਾਤ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੈ ਥੱਟੀ ਹੈ, ਕੌਣ ਹਾਰੇ ਕਿਨ ਉਵੱਟੀ ਹੈ। ਇਸ ਤਰ੍ਹਾਂ ਫਿਰ ਅੱਗੇ ਮਹਾਰਾਜ ਦੀ ਸੋਭਾ ਗਾਉਂਦਿਆਂ ਗਾਉਂਦਿਆਂ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸੋਭਾ ਗਾਈ, ਜਾਂ ਗੁਰੂ ਅਮਰਦਾਸ ਸਤਿਗੁਰਾਂ ਦੀ ਸੋਭਾ ਗਾਈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਟਲ ਥਾਹੁ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਸੋ ਤੇਰਾ ਥਾਨ ਹੈ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਾਧਾਰਿਆ। ਇਸ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਣਹੁ ਤਿਆਥ ਬਣਹੁ ਚੌਚੱਕੀ ਕੀ ਅਨਲੋਆ, ਜਿਨੀ ਗੁਰੂ ਨਾ ਸੇਵਿਓ ਮਨਮੁਖਾ ਪਿਆ ਮੋਆ, ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ, ਜਿਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਭਾ ਇਹਨਾਂ ਨੇ ਗਾਉਣਾ ਕੀਤੀ। 5 ਪਾਤਸ਼ਾਹੀਆਂ ਦੀ ਸੋਭਾ ਗਾਈ, 8 ਪੌੜੀਆਂ ਉਚਾਰੀਆਂ ਭਾਈ ਸੱਤਾ ਬਲਵੰਡ ਜੀ ਦੋ ਭਾਈਆਂ ਨੇ, ਜਿਸ ਵਿੱਚ ਸਾਧ ਸੰਗਤ ਦੀ ਮਾਤਾ ਖੀਵੀ ਜੀ ਦੀ ਬੜੀ ਸੋਭਾ ਗਾਈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੌਪਤ ਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ, ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਾਲੀ। ਤੋ ਇਸ ਤਰ੍ਹਾਂ ਬੜੀ ਸੋਭਾ ਗਾਉਂਦੇ ਹੋਏ ਇਹਨਾਂ ਦੋ ਭਾਈਆਂ ਨੇ 8 ਪੌੜੀਆਂ ਰਾਮ ਕਲੀ ਕੀ ਵਾਰ ਦੀਆਂ ਗਾਉਣਾ ਕੀਤੀਆਂ ਹਨ। ਹੋਤੀ ਮਜਥਾ ਮਤ ਤਥਾ ਕਥਿਓ ਤਬ। ਜਿਹੋ ਜੀ ਇਹਨਾਂ ਦੀ ਮਤ ਸੀਗੀ ਉਸੇ ਤਰ੍ਹਾਂ ਮਹਾਰਾਜ ਦੀ ਬੜੀ ਸੋਭਾ। ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ, ਹੋ ਨ ਕ੍ਰਿਤਾਰਥ ਸਵਾਰਥ ਬੰਦ। ਇਹ ਲੋੜਵੰਦ ਹੈ, ਇੱਛਾ ਰੱਖਦੇ ਹੈ ਵੀ ਸਤਿਗੁਰਾਂ ਦੀ ਸੋਭਾ ਕਰਕੇ ਅਸੀਂ ਨਿਹਾਲ ਹੋ ਜਾਈਏ। ਇੱਕ ਇੱਕ ਪੌੜੀ ਚਤੁਰ ਗੁਰੂ ਕੀ, ਤੋ ਇੱਕ ਇੱਕ ਪੌੜੀ 4 ਪਾਤਸ਼ਾਹੀਆਂ ਦੀ ਬਣਾਉਣਾ ਕੀਤੀ ਹੈ। ਸੁੰਦਰ ਕੀਰਤ ਕਹੀ ਬਣਾਏ, ਬੜੀ ਕੀਰਤੀ ਵਡਿਆਈ ਇਹਨਾਂ ਪੌੜੀਆਂ ਵਿੱਚ ਗਾਉਣਾ ਕੀਤੀ ਬਣਾ ਕੇ। ਸ਼੍ਰੀ ਅਰਜਨ ਪ੍ਰਤੱਖ ਅਗਰ ਥਿਤ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਤੱਖ ਸਾਹਮਣੇ ਬੈਠੇ ਹੋਏ ਹੈ।
ਇਹਨਾਂ ਦੇ ਸਾਹਮਣੇ ਇਹ ਦੋਵੇਂ ਭਾਈ ਖੜ ਕਰਕੇ ਹਾਥ ਜੋਰ ਸ਼ਬਦ ਈ ਸੁਨਾਏ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵੀ ਬਹੁਤ ਸੋਭਾ ਇਹਨਾਂ ਨੇ ਬਣਾ ਸਵਾਰ ਕੇ ਕੀਤੀ ਹੈ। ਭਏ ਪ੍ਰਸੰਨ ਵਾਰ ਕੋ ਸੁਨ ਕੈ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਸੁਣ ਕੇ ਗੁਰੂ ਅਰਜਨ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹੈ। ਤਬ ਸ਼੍ਰੀ ਗ੍ਰੰਥ ਬਿਖੇ ਲਖਵਾਏ। ਤੇ ਫਿਰ ਖਾਲਸਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਹ ਰਾਏ ਬਲਵੰਡੇ ਨੂੰ ਨਾਲੇ ਬਖਸ਼ਿਆ ਤੇ ਨਾਲੇ ਮਹਾਰਾਜ ਨੇ ਇਹਨਾਂ ਦੀ ਬਾਣੀ ਜਿਹੜੀ ਆ ਨਾ ਉਹ 4 ਸਿੱਖਾਂ ਦੀ ਬਾਣੀ ਚੋਂ ਖਾਲਸਾ ਜੀ 2 ਸਿੱਖ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਵਾਰ ਜਿਹੜੀ ਦਰਜ ਕੀਤੀ ਹੈ। ਰੋਗ ਛੀਨ ਪਾਤਨ ਨਵੀਨ ਸ਼ੋਭ। ਤੇ ਜਿਵੇਂ ਜਿਵੇਂ ਸੋਭਾ ਗਾਉਂਦੇ ਜਾਂਦੇ ਆ ਕੋੜ ਦਾ ਰੋਗ ਨਾਲ ਦੀ ਨਾਲ ਦੂਰ ਹੋਈ ਜਾਂਦਾ ਹੈ। ਕੋਰੀ ਸਮੇਂ ਵਿੱਚ ਵਾਰ ਗਾਉਂਦਿਆਂ ਗਾਉਂਦਿਆਂ ਐਨ ਤੰਦਰੁਸਤ ਹੋ ਗਏ ਆ। ਲੋਕ ਬਿਲੋਕ ਰਹੇ ਬੇਸਮਾਏ। ਸੰਗਤਾਂ ਸਾਰੀਆਂ ਵੇਖ ਵੇਖ ਹੈਰਾਨ ਹੁੰਦੀਆਂ ਵੀ ਹੁਣੇ ਤਾਂ ਕੋੜੀ ਸੀ ਤੇ ਗਾਉਂਦਿਆਂ ਗਾਉਂਦਿਆਂ ਹੀ ਸਾਰੇ ਜ਼ਖਮ ਸੁੱਕ ਗਏ ਐ, ਨਿਸ਼ਾਨ ਵੀ ਮਿਟ ਗਏ ਹਨ। ਪਠਹਿ ਸੁਨਹਿ ਜੋ ਬਾਰ ਪ੍ਰੇਮ ਕਰ। ਤੇ ਮਹਾਰਾਜ ਨੇ ਖਾਲਸਾ ਜੀ ਵਰਦਾਨ ਦਿੱਤਾ ਵੀ ਰਾਮਕਲੀ ਦੀ ਵਾਰ ਜਿਹੜੀ ਆ ਨਾ ਸੱਤੇ ਬਲਵੰਡ ਦੀ, ਇਹ ਵਾਰ ਨੂੰ ਜਿਹੜਾ ਵੀ ਸ਼ਰਧਾ ਰੱਖ ਕੇ ਗਾਇਆ ਕਰੇਗਾ, ਪੜ੍ਹਿਆ ਕਰੇਗਾ, ਸੁਣਿਆ ਕਰੇਗਾ, ਤਨ ਕੇ ਰੋਜ ਤਿਸ ਕੇ ਹੋਏ ਹਨ। ਉਹਦੇ ਸਰੀਰ ਤਥਾ ਚਮੜੀ ਦੇ ਰੋਗ ਜਿਹੜੇ ਆ ਕੋਈ ਫਲੈਰੀ ਹੋ ਜਾਣੀ ਜਾਂ ਕੋਈ ਕੋੜ ਹੋ ਜਾਣਾ, ਕੋਈ ਇਹੋ ਜਿਹੇ ਰੋਗ ਚਮੜੀ ਦੇ ਕੋਈ ਫੋੜਾ ਆਦਿਕ ਕੋ ਹਟਣਾ ਹੀ ਨਾ। ਚਮੜੀ ਦੇ ਜਿੰਨੇ ਰੋਗ ਆ, ਦਦਾਂ ਆਦਿਕ, ਖਾਜ ਆਦਿਕ, ਜੋ ਵੀ ਹੈ, ਕਿੱਡਾ ਭੈੜੇ ਤੋਂ ਭੈੜਾ ਰੋਗ ਹੋਵੇ, ਮਹਾਰਾਜ ਕਹਿੰਦੇ ਜਿਹੜਾ ਰਾਮਕਲੀ ਦੀ ਵਾਰ ਪੜ੍ਹਿਆ ਗਾਇਆ ਕਰੇਗਾ ਉਹਦੇ ਇਹ ਚਮੜੀ ਦੇ ਰੋਗ ਦੂਰ ਹੋਇਆ ਕਰਨਗੇ। ਨਿਤ ਪ੍ਰਾਤ ਨੇਮ ਕਰਹਿ ਮੁਖ ਉਚਰੈ। ਤੇ ਜਿਹੜਾ ਇਹ ਗੁਰਬਾਣੀ ਕੰਠ ਕਰਕੇ ਨਿਤਾ ਪ੍ਰਤੀ ਨੇਮ ਕਰੇਗਾ, ਇਹਦਾ ਭਾਵ ਨਿਤਨੇਮ ਕਰਿਆ ਕਰੇਗਾ ਨਿਯਮ ਨਾਲ। ਗੁਰ ਕੀ ਸ਼ਰਧਾ ਬਦ ਹੈ ਮਹਾਨ। ਉਹਦੇ ਹਿਰਦੇ ਵਿੱਚ ਨਾ ਸ਼ਰਧਾ ਵੀ ਹੋਈ ਤਾਂ ਵੀ ਸਤਿਗੁਰੂ ਮਹਾਰਾਜ ਦੇ ਘਰ ਦੀ ਬੜੀ ਸ਼ਰਧਾ ਵਧਿਆ ਕਰੇਗੀ। ਮਨ ਬਾਛਤ ਕੋ ਦੇਤ ਗੁਰੂ। ਤੇ ਗੁਰੂ ਪਾਤਸ਼ਾਹ ਜੀ ਨੂੰ ਮਨ ਮੰਗੀ ਦਾਤ ਬਖਸ਼ਿਆ ਕਰਨਗੇ। ਜਸ ਤਰਹਿ ਪ੍ਰੇਮ ਕਾਰ ਰੂਪ ਜੋ ਧਿਆਨ। ਤੇ ਜੇ ਬਾਕੀ ਜਿਹੋ ਜਿਹਾ ਪ੍ਰੇਮ ਧਾਰ ਕੇ ਕੋਈ ਉਹ ਮਹਾਰਾਜ ਦੇ ਰੂਪ ਦਾ ਧਿਆਨ ਕਰਿਆ ਕਰੇਗਾ ਤੇ ਫਿਰ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਤੱਖ ਦਰਸ਼ਨ ਬਖਸ਼ਿਆ ਕਰਨਗੇ। ਇਹ ਵਾਰ ਦਾ ਫਲ ਬੜਾ ਭਾਰੀ ਹੈ। ਆਸ ਕੋ ਵਸਤ ਜੋ ਹਾਥ ਨ ਆਵੈ। ਜਿਹੜਾ ਸ਼ਰਧਾ ਧਾਰ ਕੇ ਇਹ ਵਾਰ ਦਾ ਨਿਤਨੇਮ ਕਰੇਗਾ, ਮਹਾਰਾਜ ਕਹਿੰਦੇ ਕੋਈ ਇਹੋ ਜਿਹੀ ਵਸਤੂ ਨਹੀਂ ਸੰਸਾਰ ਵਿੱਚ ਜਿਹੜੀ ਉਹਦੇ ਹੱਥ ਵਿੱਚ ਨਾ ਆਵੇ, ਉਹਨੂੰ ਪ੍ਰਾਪਤ ਨਾ ਹੋਵੇ। ਪਾਠ ਕਰੈ ਸ਼੍ਰੀ ਗ੍ਰੰਥ ਮਹਾਨ। ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰੇ, ਸਹਿਜ ਪਾਠ, ਅਖੰਡ ਪਾਠ ਸਾਹਿਬ, ਖਾਸ ਕਰਕੇ ਸਹਿਜ ਪਾਠ ਪੜ੍ਹੇ ਸੁਣੇ, ਮਹਾਰਾਜ ਕਹਿੰਦੇ ਫਿਰ ਉਹਦਾ ਫਲ ਤਾਂ ਕੀ ਕਹਿਣਾ ਭਾਈ, ਕਹਿਣ ਤੋਂ ਰਹਿਤ ਹੈ, ਮਹਾਨ ਹੈ, ਵੱਡਾ ਫਲ ਹੈ। ਸਭਾ ਲੱਗੀ ਸ਼੍ਰੀ ਅਰਜਨ ਜੀ। ਇਧਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਭਾ ਲੱਗੀ ਹੋਈ ਹੈ, ਇਧਰ ਦੁਖ ਭੰਜਨ ਸਾਹਿਬ ਬੇਰ ਦੇ ਲਾਗੇ। ਤਬ ਲੱਧੇ ਕੀ ਉਪਮਾ ਵੱਡ ਕੀਨ। ਸੰਗਤ ਵਿੱਚ ਮਹਾਰਾਜ ਨੇ ਭਾਈ ਲੱਧਾ ਜੀ ਦੀ ਬੜੀ ਸੋਭਾ ਸੰਗਤਾਂ ਨੂੰ ਸੁਣਾਈ ਵੀ ਇਹੋ ਜਿਹਾ ਸਿੱਖ ਹੁੰਦਾ ਪਰਉਪਕਾਰ ਕਰਨ ਵਾਲਾ। ਧੰਨ ਸਿੱਖਿਓ ਪੁਨ ਪਰ ਉਪਕਾਰੀ। ਆਖਿਆ ਭਾਈ ਲੱਧਾ ਜੀ ਤੂੰ ਧੰਨ ਸਾਡਾ ਸਿੱਖ ਹੈ ਭਾਈ, ਦੂਜਾ ਸਿੱਖ ਵੀ ਧੰਨ ਹੈ ਤੇ ਪਰਉਪਕਾਰੀ ਵੀ ਧੰਨ ਹੈ, ਤੇਰੇ ਵਰਗਾ ਪਰਉਪਕਾਰੀ ਹੋਰ ਨਹੀਂ ਹੈ। ਪਰ ਹਿਤ ਜਿਨਹੁ ਲਾਜ ਤਾਜ ਦੀਨ। ਕਿਉਂਕਿ ਸੰਗਤ ਜੀ ਜਿਹੜੇ ਪਰਾਏ ਦੇ ਭਲੇ ਵਾਸਤੇ ਆਪਦੀ ਇੱਜ਼ਤ ਛੱਡ ਦਿੰਦੇ ਆ ਵੀ ਗਧੇ ਤੇ ਚੜਾਂਗੇ, ਮੂੰਹ ਕਾਲਾ ਕਰਾਂਗੇ, ਸੰਸਾਰ ਕੀ ਆਖੇਗਾ, ਕਿਸੇ ਟੁੱਟੇ ਸਿੱਖ ਨੂੰ ਜੋੜਨ ਵਾਸਤੇ ਆਪਦੀ ਇੱਜ਼ਤ ਛੱਡ ਦਿੰਦੇ ਆ, ਲਾਜ ਕਾਣ ਲੋਕਾਂ ਦੀ ਛੱਡ ਦਿੰਦੇ ਆ। ਕਰ ਨਾ ਸਕਹਿ ਕੋ ਕਰਿਓ ਸੋ ਐਸੇ। ਜਿਹੜਾ ਕੰਮ ਕੋਈ ਨਹੀਂ ਨਾ ਕਰ ਸਕਦਾ, ਭਾਈ ਲੱਧਾ ਜੀ ਉਹ ਕੰਮ ਅੱਜ ਤੁਸੀਂ ਕਰਨਾ ਕੀਤਾ, ਟੁੱਟਿਆਂ ਨੂੰ ਜੋੜ ਦਿੱਤਾ ਹੈ। ਜਾਣੇ ਪਏਰ ਬਾਬੀ ਦੀਨ। ਹਾਂ, ਕਿਉਂਕਿ ਤੁਸੀਂ ਜਾਣ ਲਿਆ ਸੀ ਵੀ ਇਹ ਬੜੇ ਦੁਖੀ ਹੋ ਰਹੇ ਆ, ਫਿਰ ਵੀ ਗੁਰੂ ਘਰ ਵਿੱਚ ਕੀਰਤਨ ਕਰਦੇ ਰਹੇ ਆ। ਦਵੈਪੁਰ ਵੇਖੈ ਕੋ ਵੇਖ ਦਿਖਾਇਓ। ਤੁਸੀਂ ਪਹਿਲਾਂ ਗਧੇ ਤੇ ਚੜ ਕੇ ਮੂੰਹ ਕਾਲਾ ਕਰਕੇ 2
ਪਿੰਡਾਂ ਵਿੱਚ ਪਹਿਲਾਂ ਲਾਹੌਰ ਤੇ ਫਿਰ ਅੰਮ੍ਰਿਤਸਰ ਸਾਹਿਬ ਵਿੱਚ ਸਾਰਾ ਆਪਦਾ ਜਿਹੜਾ ਪ੍ਰਦਰਸ਼ਨ ਕਰਕੇ ਗਧੇ ਤੇ ਚੜ੍ਹ ਕੇ ਵਿਖਾਉਣਾ ਕੀਤਾ ਹੈ। ਅਰਜ ਗੁਜ਼ਾਰ ਕੀਏ ਦੁਖਹੀਨ। ਤੇ ਫਿਰ ਸਾਡੇ ਪਾਸ ਬੇਨਤੀ ਕੀਤੀ, ਭਾਈ ਲੱਧਾ ਜੀ ਇਹਨਾਂ ਦੇ ਦੁੱਖ ਨਾਸ਼ ਕਰਵਾਏ ਹਨ, ਇਹਨਾਂ ਨੂੰ ਬਖਸ਼ਾ ਲੈਣਾ ਕੀਤਾ ਹੈ। ਸਾਰ ਮਹਾ ਸਿਮਰਨ ਸਤਿਨਾਮੁ। ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੱਖ ਬਹੁਤ ਨੇ ਪਰ ਸੇਵਾ ਬੜੀ ਹੈ, ਪਰਉਪਕਾਰ ਵਰਗੀ ਕੋਈ ਹੋਰ ਸੇਵਾ ਨਹੀਂ। ਫਿਰ ਮਹਾਰਾਜ ਕਹਿੰਦੇ ਵੀ ਦੋ ਕੰਮ ਵੱਡੇ ਆ ਭਾਈ, ਇੱਕ ਜਪਣ ਦੇ ਵਿੱਚੋਂ ਜਿਹੜਾ ਸਿਮਰਨ ਚੋਂ ਸਿਮਰਨ ਵੱਡਾ ਉਹ ਵਾਹਿਗੁਰੂ 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 ਨਾਮ ਪਰਮੇਸ਼ਰ ਦਾ ਸਿਮਰਨ ਜਿਹੜਾ ਉਹ ਸਾਰਿਆਂ ਸਿਮਰਨਾਂ ਮੰਤਰਾਂ ਤੰਤਰਾਂ ਤੋਂ ਵੱਡਾ ਹੈ, ਸ਼੍ਰੇਸ਼ਟ ਹੈ। ਕਰ ਮਹਾਕਾਰ ਬੇਉਪਕਾਰ। ਤੇ ਸੇਵਾ ਬੜੀਆਂ ਨੇ ਪਰ ਸਾਰੀ ਸੇਵਾ ਚੋਂ ਵੱਡੀ ਸੇਵਾ ਪਰ ਉਪਕਾਰ ਕਰਨ ਦੀ ਹੈ। ਇਨ ਦੋਨਾ ਬਿਨ ਮਾਨਕ ਤਨ ਤਿਕ। ਹਾਂ ਮਨੁੱਖਾ ਦੇ ਹੀ ਮਾਰੇ ਕਹਿੰਦੇ ਤਰੇ ਗਏ ਭਾਈ, ਫਿੱਟ ਲਾਹਣਤ ਇਹੋ ਜਿਹੇ ਮਨੁੱਖ ਜਾਮੇ ਤੇ ਜਿਹੜਾ ਪਰਉਪਕਾਰ ਨਹੀਂ ਕਰਦਾ ਤੇ ਦੂਜਾ ਸਿਮਰਨ ਨਹੀਂ ਕਰਦਾ। ਇਹਨਾਂ ਦੋਵਾਂ ਤੋਂ ਬਿਨਾਂ ਮਨੁੱਖਾ ਦੇਹੀ ਜਿਹੜੀ ਉਹ ਬਿਅਰਥ ਹੈ। ਸਾਮੋ ਬੇਤਾਵੈ ਹੈ ਲਖ ਹੈ ਨਾ ਸਾਰ। ਆਓ ਤਾਂ ਸਮਾਂ ਬਤੀਤ ਕਰਦੇ ਆ, ਉਹ ਝੱਟ ਕੱਢਣ ਆਉਂਦੇ ਹੋਏ ਵਲ ਛਲ ਕਰ ਝੱਤ ਕੱਢਦੇ। ਉਹ ਤਾਂ ਮਨੁੱਖਾ ਦੇਹੀ ਅੰਦਰ ਟਾਈਮ ਪਾਸ ਕਰਦੇ, ਸਮਾਂ ਬਤੀਤ ਕਰਦੇ ਆ। ਉਹ ਪਰਉਪਕਾਰ ਵਰਗੀ ਵੱਡੀ ਸੇਵਾ ਨੂੰ ਤੇ ਨਾਮ ਵਾਹਿਗੁਰੂ ਦੇ ਵੱਡੇ ਸਿਮਰਨ ਨੂੰ ਜਾਣਦੇ ਨਹੀਂ। ਪੂਛ ਸਿੰਘ ਬਿਨ ਪਸ਼ੂ ਜਨਮ ਤਿਨ। ਉਹ ਤਾਂ ਇਉਂ ਜਾਣ ਲਓ ਵੀ ਜਨਮ ਜ਼ਰੂਰ ਮਨੁੱਖਾ ਏ ਪਰ ਵਾਸਤਵ ਵਿੱਚ ਉਹ ਪਸ਼ੂ ਹੈ। ਫਰਕ ਇਹ ਹੈ ਬਸ ਉਹਦੇ ਸਿੰਘ ਨਹੀਂ ਤੇ ਪੂਛ ਨਹੀਂ। ਉਹ ਹੈ ਪਸ਼ੂਆਂ ਵਰਗੇ ਜਿਹੜੇ ਪਰਉਪਕਾਰ ਨਹੀਂ ਕਰ ਸਕਦੇ, ਜਿਹੜੇ ਨਾਮ ਨਹੀਂ ਜਪ ਸਕਦੇ ਆ। ਆਏ ਬਾਦ ਵਿੱਚ ਸੰਸਾਰ। ਉਹ ਸੰਸਾਰ ਵਿੱਚ ਆਏ ਹੋਏ ਬੇਅਰਥ ਹਨ, ਕਿਸੇ ਕੰਮ ਵਿੱਚ ਨਹੀਂ, ਕਿਸੇ ਗਿਣਤੀ ਵਿੱਚ ਨਹੀਂ। ਅੰਤ ਸਮੇਂ ਜਾਮ ਦੂਤ ਗਹੈ। ਇਹੋ ਜਿਹੇ ਫਜ਼ੂਲ ਜੰਮੇ ਹੋਏ ਲੋਕਾਂ ਨੂੰ ਅੰਤਲੇ ਸਮੇਂ ਜਮ ਆਣ ਜਦੋਂ ਪਕੜਦੇ ਆ। ਚੂਰਤ ਗਮਨ ਹੈ ਦਵੈਕਾਰ ਚਾਰ। ਫਿਰ ਚੱਲੇ ਜਵਾਰੀ ਦੋਏ ਹੱਥ ਚਾਰ। ਹੱਥ ਝਾੜ ਕੇ ਜਿਵੇਂ ਜੂਆ ਹਾਰਦਾ ਜਵਾਰੀ ਜਾਂਦਾ, ਸੰਸਾਰ 'ਚੋਂ ਮਨੁੱਖਾ ਬਾਜੀ ਹਾਰ ਕੇ ਜਾਂਦੇ ਆ ਤੇ ਫਿਰ ਬੜਾ ਝੋਰਾ ਮਨਾਉਂਦੇ ਆ ਵੀ ਐਵੇਂ ਹੀ ਸਾਰਾ ਮਨੁੱਖਾ ਜਨਮ ਗਵਾ ਦਿੱਤਾ ਹੈ। ਨਾ ਪਰਉਪਕਾਰ ਕੀਤਾ, ਨਾ ਸੇਵਾ, ਨਾ ਕਦੇ ਸਿਮਰਨ ਕੀਤਾ। ਪੁੰਨ ਦਾਨ ਤਾਪ ਮਖ ਕੋ ਕਰੇਬੋ। ਗਰੀਬ ਨਿਵਾਜ ਕਰ ਕਹਿੰਦੇ ਇਹ ਸਾਧ ਸੰਗਤ ਜੀ ਜਿਹੜਾ ਪੁੰਨ ਦਾਨ ਕੋਈ ਕਰਨਾ ਹੈ, ਕੋਈ ਪੁੰਨ ਕਰਨੇ, ਕੋਈ ਦਾਨ ਕਰਨੇ, ਬੜੇ ਤਪ ਕਰਨੇ, ਜਿਹੜੇ ਮਖ ਯੱਗ ਕਰਨੇ ਹਨ। ਹੋਤ ਨਾ ਪਰ ਉਪਕਾਰ ਸਮਾਨ। ਪਰਉਪਕਾਰ ਦੇ ਬਰਾਬਰ ਕੋਈ ਨਹੀਂ, ਨਾ ਕੋਈ ਪਰਉਪਕਾਰ ਵਰਗਾ ਤਪ, ਨਾ ਕੋਈ ਪਰਉਪਕਾਰ ਵਰਗਾ ਜਿਹੜਾ ਹੈ ਉਹ ਇਸੇ ਤਰ੍ਹਾਂ ਕੋਈ ਯੱਗ ਹੈ, ਨਾ ਪੁੰਨ ਹੈ, ਨਾ ਦਾਨ ਹੈ। ਇਹਨਾਂ ਸਾਰਿਆਂ ਤੋਂ ਵੱਡਾ ਹੈ ਪਰਉਪਕਾਰ ਜੋ ਕਲ ਮਲ ਕਰਨ ਅਨ ਕਾਨ ਰੀਤੀ। ਪਾਪ ਬੜੇ ਆ ਸੰਸਾਰ ਤੇ, ਅਨੇਕਾਂ ਤਰ੍ਹਾਂ ਦੇ ਮਹਾਰਾਜ ਕਹਿੰਦੇ ਕਲਯੁਗ ਵਿੱਚ ਪਾਪ ਮੰਨੇ ਗਏ ਆ। ਕ੍ਰਿਤ ਘਾਣ ਕੇ ਸਾਮ ਕੋਏ ਨਾ ਜਾਣ। ਪਰ ਕੀਤੇ ਹੋਏ ਨੂੰ ਭੁੱਲ ਜਾਣਾ, ਕਿਸੇ ਦੀ ਕਰਨੀ ਨੂੰ ਭੁੱਲ ਜਾਣਾ, ਕਿਸੇ ਦੇ ਗੁਣ ਨੂੰ ਭੁੱਲ ਜਾਣਾ, ਇਹਦੋਂ ਵੱਡਾ ਪਾਪ ਕੋਈ ਨਹੀਂ। ਮਹਾਰਾਜ ਕਹਿੰਦੇ ਪਰਉਪਕਾਰ ਵਰਗਾ ਪੁੰਨ ਕੋਈ ਨਹੀਂ ਤੇ ਪਾਪ ਸੰਸਾਰ ਤੇ ਬੜੇ ਹੈ। ਪਰ ਕਿਸੇ ਦੇ ਕੀਤੇ ਔਗਣ ਨੂੰ ਭੁੱਲ ਜਾਣਾ, ਭੁਲਾ ਦੇਣਾ, ਮਨ ਵਿੱਚ ਉਹਦਾ ਅਹਿਸਾਨ ਨਾ ਮੰਨਣਾ, ਉਹਦੇ ਵਰਗਾ ਸੰਸਾਰ ਤੇ ਹੋਰ ਕੋਈ ਪਾਪ ਨਹੀਂ ਹੋ ਸਕਦਾ। ਰਹਿਣ ਅਹਿੰਸ ਧਰਮ ਸਭ ਕੀਨੇ। ਜਿਹੜਾ ਅਹਿੰਸਕ ਰਹਿ ਲਿਆ, ਜੀਵ ਹੱਤਿਆ ਤੋਂ ਬਚ ਗਿਆ, ਸਮਝ ਲਓ ਨੇ ਸਾਰੇ ਹੀ ਧਰਮ ਕਰ ਲਏ ਹਨ। ਹਿੰਸਾ ਕਰੇ ਪਾਪ ਪਹਿਚਾਨ। ਤੇ ਹਿੰਸਾ ਕਰਨ ਨੂੰ ਪਾਪ ਪਹਿਚਾਣਿਆ ਜਾਂਦਾ ਹੈ। ਜਾਂ ਤੇ ਨਿਤ ਚਿਤ ਬਹਿ ਉਪਕਾਰੂ। ਇਸ ਕਰਕੇ ਰੋਜ਼ ਮਹਾਰਾਜ ਕਹਿੰਦੇ ਸਿੱਖ ਦਾ ਭਾਈ ਇਹ ਨਿਯਮ ਹੈ, ਸਿੱਖ ਦੀ ਇੱਕ ਰਹਿਤ ਹੈ ਵੀ ਪਰਉਪਕਾਰ ਕਰਨ ਵਾਸਤੇ ਚਿਤ ਵਧਾ ਰਵੇ, ਮਨ ਵਿੱਚ ਇੱਛਾ ਸਦਾ ਹੀ ਰੱਖੇ ਵੀ ਮੈਂ ਕਿਸੇ ਨਾ ਕਿਸੇ ਦਾ ਕਾਰਜ ਸਵਾਰਨਾ ਹੈ। ਧਨ ਤੇ ਮਨ ਤੇ ਠਾਨ। ਉਹ ਚਾਹੇ ਧਨ ਕਰਕੇ ਸਵਾਰੇ, ਚਾਹੇ ਮਨ ਕਰਕੇ ਸਵਾਰੇ ਤੇ ਚਾਹੇ ਤਨ ਕਰਕੇ ਸਵਾਰੇ। ਧਨ ਕਰਕੇ ਉਹ ਵੀ ਕਿਸੇ ਦਾ ਕਾਰਜ ਧਨ ਕਰਕੇ ਅੜਿਆ ਨੂੰ ਮਾਇਆ ਦੇ ਦੇਣੀ ਵੀ ਉਹਦਾ ਕਾਰਜ ਸੌਰ ਜਾਵੇ,
ਨਹੀਂ ਤੇ ਵਿਹਾਰ ਬਣੇ ਆ, ਜੇ ਕੋਈ ਬਲ ਪੈਂਦਾ ਹੈ ਤੇ ਸੇਵਾ ਦਾਨ ਵਜੋਂ ਹੀ, ਨਹੀਂ ਤੇ ਭਾਈ ਜਿਵੇਂ ਵਿਹਾਰ ਹੈ ਉਧਾਰ ਦੇ ਦੇਣਾ, ਉਧਾਰ ਲੈ ਲੈਣਾ। ਇਸ ਤਰ੍ਹਾਂ ਜਿਹੜਾ ਉਹ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਣਾ। ਜਿਵੇਂ ਕੋਈ ਆ ਬਿਮਾਰ ਸ਼ਮਾਰ ਹੋ ਜਾਂਦਾ ਤੇ ਉਹ ਸੰਸਾਰ ਦੀ ਫਿਤਰਤ, ਸਾਧ ਸੰਗਤ ਜੀ ਅੱਜ 2 ਰੁਪਈਏ ਵਿਆਜ ਚੱਲਦੀ ਆ, ਫਿਰ ਕਹਿੰਦੇ ਹੁਣ ਫਸਿਆ, ਲਿਆ ਆਂਦੇ ਜ਼ਮੀਨ ਦੇ ਕਾਗਜ਼ ਵੀ ਦੇ ਉਰਾਂ, ਤੇ ਨਾਲ ਉਹਦੇ ਵਿਚਾਰੇ ਤੋਂ 5-5 ਰੁਪਈਏ ਵਿਆਜ ਲਾਈ ਜਾਂਦੇ ਆ। ਉਹ ਮਜਬੂਰੀ ਆ ਨਾ ਵੀ, ਉਹ ਤਾਂ ਫਸਿਆ। ਤੋ ਇਸ ਤਰ੍ਹਾਂ ਜਿਹੜਾ ਖਾਲਸਾ ਜੀ ਮਜਬੂਰ ਦਾ ਇਹ ਫਾਇਦਾ ਉਠਾਉਣਾ, ਕਿਸੇ ਦੀ ਮਜਬੂਰੀ ਦਾ, ਉਹਨੂੰ ਕਿੱਥੇ ਢੋਈ ਮਿਲੇਗੀ। ਇੱਕ ਤਾਂ ਵਿਪਤਾ ਪਈ ਹੋਈ ਅਗਲੇ ਤੇ ਉਹ ਆਰਥਿਕ ਤੌਰ 'ਤੇ ਫਿਰ ਲੋਕ ਜਿਹਦੇ ਪਾਸ ਹੋ ਜਾਂਦਾ ਇੰਨਾ ਤੰਗ ਕਰ ਦਿੰਦੇ, ਫਿਰ ਸਾਰੀ ਉਮਰ ਉਹਦੀਆਂ ਦਿਹਾੜੀਆਂ ਕਰਦਾ ਮਰ ਜਾਂਦਾ। ਪਰ ਸਿੱਖ ਦਾ ਕਰਤੱਵ ਨਹੀਂ। ਸਿੱਖ ਉਹ ਮਹਾਰਾਜ ਕਹਿੰਦੇ ਧਨ ਕਰਕੇ ਪਰਉਪਕਾਰ ਕਰੇ। ਜੇ ਮਾਇਆ ਹੈ ਤੇ ਕਿਸੇ ਚਲੋ ਤਰੀਕੇ ਨਾਲ ਦੇ ਦੇਣੀ ਆ ਵੀ ਜਿਹਦੇ ਨਾਲ ਮੁੜ ਵੀ ਆਵੇ, ਪਰ ਉਹਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ। ਵੀ ਇਹ ਨਹੀਂ ਵੀ ਕਿਸੇ ਦੀ ਧੀ ਦਾ ਵਿਆਹ ਆ ਤੇ ਉਹਨੂੰ ਮਜਬੂਰ ਕਰਦੇ ਫਿਰੋ ਵੀ ਹੁਣੇ ਬਹੁਤ ਔਖਾ ਫਸਿਆ। ਫਿਰ ਮਹਾਰਾਜ ਕਹਿੰਦੇ ਪਰਉਪਕਾਰ ਇੱਕ ਤਨ ਕਰਕੇ ਵੀ ਹੈ। ਵੀ ਜੇ ਤੁਹਾਡੇ ਸਰੀਰ ਦੇ ਨਾਲ ਕਿਸੇ ਦਾ ਕਾਰਜ ਰਾਸ ਆਉਂਦਾ ਹੈ ਤੇ ਆਪਦਾ ਸਰੀਰ ਹਾਜ਼ਰ ਕਰੋ ਭਾਈ। ਫਿਰ ਇੱਕ ਮਨ ਕਰਕੇ ਹੁੰਦਾ ਹੈ ਵੀ ਮਨ ਵਿੱਚ ਇੱਛਾ ਸਦਾ ਹੀ ਰਵੇ, ਬੁਰਾ ਨਾ ਕਲਪਣਾ, ਇੱਛਾ ਰੱਖਣੀ ਵੀ ਇਹਦਾ ਕਿਸੇ ਸਮੇਂ ਚਲੋ ਮਾੜਾ ਨਹੀਂ ਚੰਗਾ ਹੀ ਕਰਾਂਗੇ। ਪਰਉਪਕਾਰ ਤਾਨ ਮਨ ਧਨ ਕਰਕੇ ਸਿੱਖ ਸਦਾ ਹੀ ਕਰਦਾ ਰਵੇ, ਇੱਛਾ ਰੱਖਦਾ ਰਹੇ। ਨਰ ਸ਼ੋਭ ਸਭਾ ਸਭੈ ਸੁਨ ਸ਼ਰਾਉਨ। ਇਹ ਮਹਾਰਾਜ ਦੇ ਬਚਨ ਸਾਰੀ ਸੰਗਤ ਨੇ ਸਭਾ ਵਿੱਚ ਬੜੇ ਸੁਣੇ ਆ, ਖੁਸ਼ ਹੋਈ ਸੰਗਤ ਸਾਰੀ। ਗੁਰ ਬਾਕਨ ਪਰ ਨਿਸਚਾ ਕੀਨ। ਤੇ ਮਹਾਰਾਜ ਦੇ ਬਚਨਾਂ ਤੇ ਸੰਗਤ ਨੇ ਬੜਾ ਭਰੋਸਾ ਕਰਨਾ ਕੀਤਾ ਵੀ ਬਿਲਕੁਲ ਮਹਾਰਾਜ ਸੱਤ ਕਹਿੰਦੇ ਆ। ਇਹ ਸੱਚੇ ਪਾਤਸ਼ਾਹ ਅਸੀਂ ਇਸੇ ਤਰ੍ਹਾਂ ਹੀ ਜੀਵਨ ਬਤੀਤ ਕਰਾਂਗੇ। ਸਤ ਨਾਮ ਕੋ ਸਿਮਰਨ ਠਾਨੈ। ਤੇ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਦਾ ਮਨ ਵਿੱਚ ਸੰਕਲਪ ਧਾਰਿਆ, ਨਿਹਚਾ ਕੀਤਾ ਹੈ। ਪਰ ਉਪਕਾਰ ਕਰਨ ਹਿਤ ਜੀਨ। ਨਾਲ ਹੀ ਜਾਣਿਆ ਵੀ ਪਰਉਪਕਾਰ ਕਰਨਾ ਚਾਹੀਦਾ ਮਨੁੱਖਾ ਦੇ ਹੀ ਧਾਰ ਕਰਕੇ। ਪੁਨ ਲੱਧਾ ਦੇਨ ਕੇਤਿਕ ਰਹਿ ਕਾਰ। ਤੋ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਭਾਈ ਲੱਧਾ ਜੀ ਕੁਝ ਕੁ ਦਿਨ ਮਹਾਰਾਜ ਦੀ ਸੇਵਾ ਵਿੱਚ ਅੰਮ੍ਰਿਤਸਰ ਸਾਹਿਬ ਹਾਜ਼ਰ ਰਹੇ ਹੈ। ਜਾਚੀ ਬੇਦਾ ਹੋਏ ਕਾਰ ਦੀਨ। ਫਿਰ ਬੜਾ ਇਹ ਨਿਮਾਣਾ ਹੋ ਕੇ ਮਹਾਰਾਜ ਤੋਂ ਵਿਦਾ ਮੰਗ ਲਈ ਲਾਹੌਰ ਜਾਣ ਲਈ। ਦਾਸਨ ਦਾਸ ਦਇਆ ਨਿਧ ਜਾਨਾ। ਬੜੀ ਸੋਭਾ ਗਾਈ ਭਾਈ ਲੱਧਾ ਜੀ, ਕਹਿੰਦੇ ਹੇ ਦਾਸਾਂ ਦੇ ਦਾਸ ਜਾਂ ਹੇ ਦਇਆ ਦੇ ਨਿਧ ਸਮੁੰਦਰ, ਆਪ ਦਾਸਾਂ ਦੇ ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ, ਤੁਸੀਂ ਦਇਆ ਦੇ ਨਿਧ ਸਮੁੰਦਰ ਹੋ ਸੱਚੇ ਪਾਤਸ਼ਾਹ ਮਹਾਰਾਜ ਜੀਓ। ਆਗੋਨ ਕੇ ਸਮੇਤ ਗੁਣਹੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਗੁਣਾਂ ਦੇ ਜਿਹੜੇ ਵੈ ਉਹ ਤੇ ਤ੍ਰੈ ਗੁਣਾਂ ਤੋਂ ਤ੍ਰੈ ਗੁਣ ਅਤੀਤ ਹੋ ਸੱਚੇ ਪਾਤਸ਼ਾਹ ਮਹਾਰਾਜਾਂ। ਹੇ ਗੁਰੂ ਗਰੀਬ ਨਵਾਜ, ਤੁਸੀਂ ਦਇਆ ਦੇ ਸਮੁੰਦਰ ਹੋ, ਅਸੀਂ ਤੁਹਾਡੇ ਦਾਸਾਂ ਦੇ ਦਾਸ ਹਾਂ। ਜਾਨੋ ਮਹਾਰਾਜ ਸਾਡੇ ਵਿੱਚ ਬੜੇ ਔਗਣ ਹੈ ਤੇ ਗੁਣ ਸਾਡੇ ਵਿੱਚ ਹੋਰ ਕੋਈ ਨਹੀਂ ਹੈ। ਸਿੱਖਿਓ ਤੁਮਾਰੋ ਕਹੈ ਜਗਤ ਮੁਝ। ਪਰ ਸਾਰਾ ਸੰਸਾਰ ਮਹਾਰਾਜ ਮੈਨੂੰ ਲੱਧੇ ਨੂੰ ਤੁਹਾਡਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਆਖਦਾ ਹੈ। ਲਾਜ ਬਿਰਦ ਕੀ ਰਾਖਨ ਹਾਰ। ਪਰ ਤੁਸੀਂ ਵੀ ਮਹਾਰਾਜ ਮੇਰੀ ਲਾਜ ਰੱਖੀ। ਜੇ ਮੈਂ ਆਇਆ ਨਾ ਸੱਚੇ ਪਾਤਸ਼ਾਹ ਨਾਲ ਦੋਹਾਂ ਨੂੰ ਮਿਲਾਉਣ ਵਾਸਤੇ, ਤੁਸੀਂ ਜਵਾਬ ਨਹੀਂ ਦਿੱਤਾ। ਮੈਨੂੰ ਸਾਰਾ ਸੰਸਾਰ ਤੁਹਾਡਾ ਸਿੱਖ ਕਹਿੰਦਾ ਤੇ ਤੁਸੀਂ ਆਪਦੇ ਸਿੱਖ ਦੀ ਲਾਜ ਰੱਖੀ ਹੈ। ਸੁਣ ਪ੍ਰਸੰਨ ਸ਼੍ਰੀ ਅਰਜਨ ਹੋਏ। ਗਰੀਬ ਨਵਾਜ ਸੁਣ ਕੇ ਭਾਈ ਲੱਧਾ ਜੀ ਤੋਂ ਬੜੇ ਖੁਸ਼ ਹੋਏ ਆ। ਕੀਨ ਸਬੇਦਾ ਸਮ੍ਰਿਦਲ ਉਚਾਰ। ਮਹਾਰਾਜ ਨੇ ਕੋਮਲ ਮਿੱਠੇ ਬਚਨ ਕਰਕੇ ਭਾਈ ਲੱਧਾ ਜੀ ਨੂੰ ਵਿਦਾ ਕਰ ਦਿੱਤਾ ਹੈ ਘਰ ਜਾਣ ਨੂੰ, ਲਾਹੌਰ ਨੂੰ। ਪਦ ਅਰਬਿੰਦ ਬੰਦ ਨਾ ਠਾਨੀ। ਇੱਧਰ ਭਾਈ ਲੱਧਾ ਜੀ ਨੇ ਮਹਾਰਾਜ ਤੋਂ ਛੁੱਟੀ ਲੈ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਕੀਤਾ ਹੈ। ਕੀਨ ਪ੍ਰਦਛਨ ਫਿਰ ਚਾਹ ਬਾਰ। 4 ਵਾਰ ਮਹਾਰਾਜ ਦੀਆਂ ਪਰਿਕਰਮਾ ਕੀਤੀਆਂ ਹਨ। ਪੁਨਹਾਰ ਮੰਦਿਰ ਅੰਦਰ ਗਮਨਿਓ। ਫਿਰ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਭਾਈ ਸਾਹਿਬ ਜੀ ਹਰਿਮੰਦਰ ਸਾਹਿਬ ਅੰਦਰ ਗਏ ਹੈ। ਤਹਿ ਬੰਧਨ ਕੀਨ ਸੋਹਿਤ ਧਾਰ। ਬੜਾ ਪ੍ਰੇਮ ਧਾਰਦੇ ਹੋਏ
ਭਾਈ ਲੱਦਾ ਜੀ ਨੇ ਇੱਥੇ ਬੰਦਨਾ ਕੀਤੀ, ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ। ਲਵਪੁਰ ਕੋ ਗਮਨਿਓ ਔਰ ਹਰਖਤ। ਬੜਾ ਖੁਸ਼ੀ ਮਹਾਰਾਜ ਦੀਆਂ ਦਾਤਾਂ ਲੈ ਕੇ ਇਹ ਸਿੱਖ ਭਾਈ ਲੱਦਾ ਲਾਹੌਰ ਨੂੰ ਆਪਣੇ ਘਰ ਨੂੰ ਤੁਰ ਗਿਆ ਹੈ। ਗੁਰ ਜਾਸ ਦੀਰਘ ਕਰਤ ਬਖਾਨ। ਤੇ ਜਾਂਦਾ ਹੋਇਆ ਮਹਾਰਾਜ ਦੀ ਬੜੀ ਵਡਿਆਈ ਕਰਦਾ ਜਾਂਦਾ ਹੈ। ਸਗਰੇ ਨਗਰ ਉਚਾਰਤ ਜਿਤ ਕਿਤ। ਜਾ ਕੇ ਆਪਦੇ ਸਾਰੇ ਪਿੰਡ ਵਿੱਚ ਮਹਾਰਾਜ ਦੀਆਂ ਵਡਿਆਈਆਂ ਗਾਉਣਾ ਕੀਤੀਆਂ ਨੇ। ਨਿਜ ਸਿੱਖਣ ਪਾਰ ਕਰਨਾ ਠਾਨ। ਦੱਸਿਆ ਵੀ ਗੁਰੂ ਅਰਜਨ ਦੇਵ ਜੀ ਤਾਂ ਆਪਦੇ ਸਿੱਖਾਂ ਤੇ ਬੜੀ ਕਿਰਪਾ ਕਰਦੇ ਹਨ। ਇਤ ਸ੍ਰੀ ਅਰਜਨ ਰਚਤ ਗ੍ਰੰਥ ਨਿਤ। ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰੋਜ਼ ਨਿਤਾ ਪ੍ਰਤੀ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਲਿਖਵਾ ਰਹੇ ਹੈ। ਲਿਖਤ ਜਾਤ ਗੁਰਦਾਸ ਸੁਜਾਨ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਿਆਣੇ ਸੁਗੜ ਸਰੂਪ ਧੰਨ ਭਾਈ ਗੁਰਦਾਸ ਜੀ ਲਿਖ ਰਹੇ ਹਨ। ਰਾਗ ਬਸੰਤ ਬਨਾਏ ਸ਼ਬਦ ਸਭ। ਮਹਾਰਾਜ ਨੇ ਫਿਰ ਇਸ ਤਰ੍ਹਾਂ ਖਾਲਸਾ ਜੀ ਸਾਰੇ ਰਾਗ ਪੂਰੇ ਕਰਦੇ ਕਰਾਉਂਦੇ, ਗਰੀਬ ਨਵਾਜ ਰਾਮ ਕਲੀ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਗੁਰਬਾਣੀ ਲਿਖਾਉਂਦੇ ਗਏ। ਜਦੋਂ ਬਸੰਤ ਰਾਗ ਆਇਆ, ਬਸੰਤ ਰਾਗ ਦੇ ਸਾਰੇ ਸ਼ਬਦ ਲਿਖਵਾਏ ਹੈ। ਲੱਗੇ ਵਾਰ ਕਰਬੇ ਸੁਖ ਦਾਨ। ਤੇ ਬਸੰਤ ਰਾਗ ਦੀ ਸਮਾਪਤੀ ਤੇ ਮਹਾਰਾਜ ਜਦੋਂ ਵਾਰ ਲਿਖਾਉਣ ਲੱਗੇ ਹਨ ਬਸੰਤ ਕੀ। ਪੌੜੀ ਤੀਨ ਉਚਾਰਨ ਕੀਨੀ। 3 ਪੌੜੀਆਂ ਬਸੰਤ ਕੀ ਵਾਰ ਦੀਆਂ। ਮਹਾਰਾਜ ਨੇ ਹਰਿ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ। ਕਰਮ ਲਿਖੰਤ ਹੈ ਪਾਈ ਰੁੱਤ ਸੁਹਾਈ। ਵਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਇੱਕ ਨਾਮ ਫਿਰ ਬੌੜ ਨਾ ਧਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿੱਥਾ ਉਪਜੇ ਕਹਿ ਰਹੇ ਕਹਿ ਮਾਹਿ ਸਮਾਵੈ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ। ਅਗਮ ਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ। ਸੱਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ। ਇਹ 3 ਪੌੜੀਆਂ ਮਹਾਰਾਜ ਨੇ ਬਸੰਤ ਕੀ ਵਾਰ ਦੀਆਂ ਉਚਾਰੀਆਂ ਹਨ। ਸੂਪ ਕਰਤਾ ਬੇਹੂ ਚੱਲ ਆਏ। ਇਹਨੇ ਨੂੰ ਸਾਧ ਸੰਗ ਜੀ ਰਸੋਈਆ ਜਿਹੜਾ ਮਹਾਰਾਜ ਦੇ ਘਰ ਦਾ ਲਾਂਗਰੀ ਉਹ ਆਣ ਮਹਾਰਾਜ ਦੇ ਪਾਸ ਖੜਾ ਹੋਇਆ ਹੈ। ਪ੍ਰਭ ਜੀ ਭੋਜਨ ਆਪ ਤਿਆਰ ਹੈ। ਬੇਨਤੀ ਕੀਤੀ ਮਹਾਰਾਜ ਜੀ ਕਰੋ ਕਿਰਪਾ ਆਪ ਜੀ ਵਾਸਤੇ ਭੋਜਨ ਤਿਆਰ ਹੈ, ਲੰਗਰ ਤਿਆਰ ਹੈ। ਬਰਾਬਰ ਕੀ ਜਿਮ ਹੋਏ ਰਜਾਏ। ਤੇ ਬਾਕੀ ਮਹਾਰਾਜ ਆਪ ਜੀ ਦੀ ਜਿਵੇਂ ਰਜਾ ਹੋਵੇ, ਆਪ ਜੀ ਦੀ ਜਿਵੇਂ ਮੌਜ ਹੋਵੇ ਵੀ ਹੁਣ ਛਕਣਾ ਕਿ ਰੁਕਣਾ ਹੈ। ਹਿਤ ਆਹਾਰ ਕੇ ਆਦਰ ਕਰ। ਇਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਵੀ ਜੀ ਕਹਿੰਦੇ ਅਨਾਜ ਦਾ ਅੰਨ ਦਾ ਸਤਿਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਲੰਗਰ ਦਾ ਸਤਿਕਾਰ ਕਰਨ ਵਾਸਤੇ ਸ਼੍ਰੀ ਗੁਰ ਹਟੇ ਨਾ ਬਾਹਰ ਬਣਾਏ। ਮਹਾਰਾਜ ਨੇ ਬਸੰਤ ਕੀ ਵਾਰ ਦੀਆਂ 3 ਹੀ ਪੌੜੀਆਂ ਉਚਾਰੀਆਂ। ਕਵੀ ਜੀ ਕਹਿੰਦੇ ਹੋਰ ਉਚਾਰਨੀ ਸੀ ਪਰ ਲਾਂਗਰੀ ਸਿੱਖ ਦੇ ਬੇਨਤੀ ਕਰਨ ਤੇ ਲੰਗਰ ਦਾ ਸਤਿਕਾਰ ਮਹਾਰਾਜ ਜੀ ਕਰਦੇ ਹੋਏ ਉੱਥੇ ਹੀ ਰੁਕ ਗਏ ਹਨ, ਫੇਰ ਨਹੀਂ ਮਹਾਰਾਜ ਨੇ। ਇਸ ਲਈ ਕਵੀ ਜੀ ਦਾ ਖਿਆਲ ਹੈ ਵੀ ਇਹ ਬਸੰਤ ਕੀ ਵਾਰ ਤਾਂ 3 ਪੌੜੀਆਂ ਕੇਵਲ ਏਡੀ ਹੀ ਵਾਰ ਮਹਾਰਾਜ ਨੇ ਉਚਾਰੀ ਹੈ। ਅਚਿਓ ਅਨਾਏ ਤ੍ਰਿਪਤ ਤਾਪ ਹਵੈ ਕਾਰ। ਫਿਰ ਮਹਾਰਾਜ ਜੀਆਂ ਨੇ ਲੰਗਰ ਵਿੱਚ ਜਾ ਕਰਕੇ ਪ੍ਰਸ਼ਾਦਾ ਛਕਿਆ, ਬੜੇ ਤ੍ਰਿਪਤ ਹੋਏ ਗਰੀਬ ਨਵਾਜ। ਨਿਜ ਸੰਗਤ ਮੈਂ ਇਹੋ ਬਿਦਤਾਏ। ਭਾਵ ਮਹਾਰਾਜ ਦਾ ਵੀ ਆਪਦੀ ਸੰਗਤ ਵਿੱਚ ਮਹਾਰਾਜ ਸਿੱਖਾਂ ਵਿੱਚ ਇਹ ਗੱਲ ਮਹਾਰਾਜ ਜੀਆਂ ਨੇ ਪ੍ਰਗਟ ਕਰਕੇ ਵਿਖਾਈ ਹੈ, ਪੂਰਨਾ ਪਾਇਆ ਹੈ। ਤਿਤਨੀ ਰਹੀ ਨਾ ਬਾਹਰ ਬਣਾਈ। ਵੀ ਲੰਗਰ ਦਾ ਸਤਿਕਾਰ ਕਿਵੇਂ ਕਰਨਾ, ਗੁਰੂ ਕੇ ਲੰਗਰ ਦਾ ਅਦਬ ਕਰਨਾ ਹੈ। ਮਹਾਰਾਜ ਨੇ ਬਸੰਤ ਕੀ ਵਾਰ ਕਵੀ ਜੀ ਕਹਿੰਦੇ ਉੱਥੇ ਹੀ ਛੱਡ ਦਿੱਤੀ, ਲਿਖਣੀ ਉਚਾਰਨੀ 3 ਹੀ ਪੌੜੀਆਂ ਉਚਾਰੀਆਂ ਸੀ ਜਦੋਂ ਲਾਂਗਰੀ ਸਿੱਖ ਆਇਆ। ਉਸ ਤੋਂ ਬਾਅਦ ਕਹਿੰਦੇ ਹੋਰ ਨਹੀਂ ਮਹਾਰਾਜ ਨੇ ਬਣਾਉਣਾ ਕੀਤੀ, ਲਿਖਣਾ ਕੀਤੀ। ਅਪੁਰ ਖਿਆਲ ਮਹਿੰਗੇ ਬੇਸਮਾਏ। ਕਿਉਂਕਿ ਗਰੀਬ ਨਵਾਜ ਮਹਾਰਾਜ ਫਿਰ ਹੋਰ ਹੀ ਖਿਆਲ ਵਿੱਚ ਰੁੱਝ ਗਏ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਸ਼ਾਦਾ ਛਕਣ ਤੋਂ ਬਾਅਦ।
ਸੱਤੇ ਆਰ ਬਲਵੰਡ ਕਥਾ ਕੋ। ਤੋ ਸਤੇ ਤੇ ਬਲਵੰਡ ਜੀ ਦੀ ਕਵੀ ਜੀ ਕਹਿੰਦੇ ਜਿਹੜੀ ਕਥਾ ਦਾ ਤੁਹਾਨੂੰ ਸਰੋਤਿਓ ਅਸੀਂ ਪ੍ਰਸੰਗ ਸੁਣਾਇਆ ਹੈ। ਕੇਤੇ ਕੋ ਸਿੱਖ ਕਹੈ ਇਸ ਪਾਏ। ਕਈ ਸਿੱਖ ਜਿਹੜੇ ਇਹ ਪ੍ਰਸੰਗ ਇਸ ਤਰ੍ਹਾਂ ਵੀ ਸੁਣਾਉਂਦੇ ਸੰਗਤਾਂ ਨੂੰ ਸ਼੍ਰੀ ਗੁਰ ਅਮਰ ਹਦੂਰ ਪਏ ਹੈ। ਵੀ ਇਹ ਜਿਹੜੇ ਸਿੱਖ ਸੱਤਾ ਤੇ ਬਲਵੰਡ ਹੋਏ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੀ ਘਟਨਾ ਹੈ। ਉਹਨਾਂ ਦੇ ਹਜ਼ੂਰੀ ਵਿੱਚ ਹੋਏ ਸਨ ਕੀਰਤਨੀਏ। ਤਿਨਹਾ ਨਿਕਾਸੇ ਪੁਨਹ ਮਿਲਾਏ। ਤੇ ਇਹਨਾਂ ਨੂੰ ਹੰਕਾਰਿਆਂ ਹੋਇਆਂ ਨੂੰ ਗੁਰੂ ਅਮਰਦਾਸ ਜੀਆਂ ਨੇ ਕੱਢਿਆ ਸੀ ਤੇ ਬਾਅਦ ਵਿੱਚ ਭਾਈ ਲੱਧਾ ਜੀ ਦੇ ਕਹਿਣ ਤੇ ਮਿਲਾ ਲੈਣਾ ਕੀਤਾ ਸੀ। ਸੋ ਮਿਥਿਆ ਏਮਲ ਕੀ ਜਾਤ ਹੈ। ਪਰ ਕਵੀ ਜੀ ਕਹਿੰਦੇ ਉਹ ਮਿਥਿਆ ਹੈ, ਇਸ ਕਰਕੇ ਝੂਠ ਜਿਹੜਾ ਗਿਣਿਆ ਜਾਂਦਾ ਹੈ, ਭਾਵ ਵੀ ਉਹ ਇਹ ਗੱਲ ਸੱਚੀ ਨਹੀਂ। ਇਹ ਪ੍ਰਸੰਗ ਸਾਧ ਸੰਗਤ ਦੀ ਮਹਿਮਾ ਪ੍ਰਕਾਸ਼ ਵਿੱਚ ਤੀਸਰੇ ਪਾਤਸ਼ਾਹ ਦਾ ਲਿਖਿਆ ਹੋਇਆ ਕਿ ਭਾਈ ਸੱਤਾ ਜੀ ਭਾਈ ਬਲਵੰਡ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਸਨ। ਪਰ ਕਵੀ ਜੀ ਆਪਦੀ ਮੱਤ ਅਨੁਸਾਰ ਇਸ ਗੱਲ ਨੂੰ ਝਠਲਾਉਂਦੇ ਹੋਏ ਕਹਿ ਰਹੇ ਹੈ ਨੀਕੇ ਨਿਰਨੈ ਕੀਨ ਬਣਾਏ। ਵੀ ਇਸ ਗੱਲ ਦਾ ਜਿਹੜਾ ਨਿਰਣਾ ਉਹ ਇਸ ਵਾਰ ਦੇ ਵਿੱਚ ਹੀ ਚੰਗੀ ਤਰ੍ਹਾਂ ਬਣ ਕੇ ਦਿਸ ਰਿਹਾ ਹੈ। ਰਚੀ ਵਾਰ ਗੁਰ ਕੀਰਤ ਕੀਤਿਨ। ਜੇ ਇਹ ਨਿਰਣਾ ਇਸ ਤਰ੍ਹਾਂ ਕਵੀ ਜੀ ਕਹਿੰਦੇ ਜਿਹੜੀ ਰਾਮਕਲੀ ਦੀ ਵਾਰ ਰਾਏ ਸੱਤਾ ਰਾਏ ਬਲਵੰਡ ਜੀ ਨੇ ਲਿਖਣਾ ਕੀਤੀ ਹੈ, ਜੇ ਇਹ ਗੁਰੂ ਅਮਰਦਾਸ ਮਹਾਰਾਜ ਵੇਲੇ ਵਾਰ ਉਚਾਰੀ ਹੁੰਦੀ ਲਿਖੀ ਹੁੰਦੀ ਲਿਖੇ ਬੀਚ ਪੰਚੇ ਪਾਤਸ਼ਾਹੋ। ਤੇ ਇਹਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਜ਼ਿਕਰ ਕਿਉਂ ਆਇਆ ਹੈ? ਇਹਦੇ ਵਿੱਚ ਪੰਜ ਪਾਤਸ਼ਾਹੀਆਂ ਦੀ ਸ਼ੋਭਾ ਗਾਉਣਾ ਕੀਤੀ। ਜੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੀ ਇਹ ਘਟਨਾ ਹੁੰਦੀ ਫਿਰ ਤਿੰਨ ਪਾਤਸ਼ਾਹੀਆਂ ਜਾਂ ਹੱਦ ਚਾਰ ਪਾਤਸ਼ਾਹੀਆਂ ਦਾ ਵਰਣਨ ਇਸ ਵਾਰ ਵਿੱਚ ਆਉਣਾ ਚਾਹੀਦਾ ਸੀ। ਪ੍ਰਥਮ ਹੋ ਤੇਜੇ ਕਹਿਤ ਕੁਤੋ ਏਮ। ਹਾਂ, ਜੇ ਕੋਈ ਐਂ ਕਹਿੰਦਾ ਵੀ ਪਹਿਲਾਂ ਦੇ ਹੋਏ ਹਨ ਭਾਈ ਸੱਤਾ ਬਲਵੰਡ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ, ਫਿਰ ਪੰਜ ਪਾਤਸ਼ਾਹੀਆਂ ਦੀ ਸ਼ੋਭਾ ਇਹਨਾਂ ਨੇ ਕਿਉਂ ਗਾਉਣਾ ਕੀਤੀ ਹੈ? ਜਾਂ ਤੇ ਸ਼੍ਰੀ ਅਰਜਨ ਕੇ ਪਾਹੇ। ਇਸ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਸਮੇਂ ਹੀ ਹੋਏ ਇਹ ਗੱਲ ਸਿੱਧ ਹੁੰਦੀ ਹੈ ਰਾਏ ਸੱਤਾ ਰਾਏ ਬਲਵੰਡ ਜੀ ਦੀ ਵਾਰ ਵਿੱਚੋਂ ਹੀ। ਨਹੀਂ ਸੰਦੇਹ ਕੀਜੀਏ ਕੋਈ। ਇਸ ਕਰਕੇ ਸੰਗਤ ਕੋਈ ਵੀ ਸੰਸਾ ਨਾ ਕਰੇ। ਇਹ ਗੱਲ ਪ੍ਰਤੱਖ ਹੈ ਵੀ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਨਹੀਂ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਸਮੇਂ ਇਹ ਦੋਵੇਂ ਸਿੱਖ ਹੋਏ ਹੈ। ਮਹਾਰਾਜ ਨੇ ਫਟਕਾਰੇ ਸੀ, ਮਹਾਰਾਜ ਨੇ ਗਲ ਲਾਏ ਹੈ। ਸਿੱਖ ਵਿਚਾਰਾ ਨਿਜ ਮਨ ਮਾਹੇ। ਇਸ ਤਰ੍ਹਾਂ ਸਾਰੀ ਸੰਗਤ ਸਰੋਤਾ ਜਨੋ ਆਪਦੇ ਮਨ ਵਿੱਚ ਨਿਰਣਾ ਕਰਨਾ, ਵਿਚਾਰ ਰੱਖਣੀ ਹੈ। ਕਵ ਸੰਤੋਖ ਸਿੰਘ ਸਿਮਰਹ ਸਤਿਗੁਰ। ਇਧਰ ਕਵੀ ਸੰਤੋਖ ਸਿੰਘ ਕਹਿੰਦੇ ਐ ਅਸੀਂ ਆਪਦੇ ਮਨ ਨੂੰ ਕਹਿੰਦੇ, ਹੇ ਕਵੀ ਸੰਤੋਖ ਸਿਆਂ ਪਰਮੇਸ਼ਰ ਗੁਰੂ ਅਮਰਦਾਸ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਪੰਜ ਪਾਤਸ਼ਾਹੀਆਂ ਦੀ ਸਿਮਰਨਾ ਕਰਨਾ ਕਰ। ਕਥਾ ਸੁਨੋ ਚਿਤ ਉਚਟਾਹ ਨਾਹੇ। ਜਾਂ ਕਵੀ ਸੰਤੋਖ ਸਿੰਘ ਕਹਿੰਦੇ ਹੈ ਸਰੋਤਾ ਜਨੋ ਚਿੱਤ ਜਿਹੜਾ ਨਾ ਲਾ ਕੇ ਉਹ ਕਥਾ ਸੁਣਨਾ ਕਰੋ, ਉਚਟਹੁ ਨਾਹੇ। ਇਸ ਤਰ੍ਹਾਂ ਕਥਾ ਸੁਣੋ ਕਿ ਜਿਹੜਾ ਹੈ ਉਹ ਮਨ ਉਦਾਸ ਨਾ ਹੋਵੇ, ਬੜੇ ਉਤਸ਼ਾਹ ਪ੍ਰੇਮ ਨਾਲ ਕਥਾ ਅਗਲੀ ਵੀ ਸੁਣਨਾ ਕਰੋ ਜੀ। ਦੋਹਰਾ ਨਿਤ ਪ੍ਰਤ ਸ਼੍ਰੀ ਅਰਜਨ ਗੁਰੂ। ਇਧਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨਿਤਾ ਪ੍ਰਤੀ ਹੀ ਰੋਜ਼ ਬਰ ਰੋਜ਼ ਹੀ ਬਾਣੀ ਰਚਹਿ ਨਵੀਨ। ਨਵੀਂ ਤੋਂ ਨਵੀਂ ਰਾਗਾਂ ਵਿੱਚ ਬਾਣੀ ਰਚ ਰਹੇ ਹੈ, ਉਚਾਰ ਰਹੇ ਹੈ। ਭਾਈ ਗੁਰਦਾਸ ਜੀ ਲਿਖ ਰਹੇ ਹੈ ਪਰਮੇਸ਼ਰ ਕੋ ਸੋ ਜਸ ਬਹਾ। ਜਿਸ ਗੁਰਬਾਣੀ ਵਿੱਚ ਪਰਮ ਈਸ਼ਵਰ ਅਕਾਲ ਪੁਰਖ ਦਾ ਬਹੁਤ ਜਸ ਵਡਿਆਈ ਮਹਾਰਾਜ ਨੇ ਕਥਨ ਕੀਤੀ ਹੈ। ਕੈ ਸਭ ਸੰਤ ਪ੍ਰਬੀਨ। ਤੇ ਕਿਤੇ ਮਹਾਰਾਜ ਨੇ ਸੰਤਾਂ ਮਹਾਂਪੁਰਖਾਂ ਦਾ ਵੀ ਬੜੀ ਵਡਿਆਈ ਇਸ ਗੁਰਬਾਣੀ ਵਿੱਚ ਕੀਤੀ ਹੈ। ਸਿਮਰਨ ਕਰ ਸਤਨਾਮ ਕੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਨਰ ਤਨ ਬਾਦ ਨ ਖੋਏ। ਜਾਂ ਸੰਤ ਮਹਾਂਪੁਰਖ ਜਾਂ ਸਤਿਗੁਰਾਂ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਇਹ ਮਨੁੱਖਾ ਤੈਨੂੰ ਬੰਦਾ ਹੋਏ ਸੋ ਬੰਦਗੀ ਗਾਹੈ। ਮਨੁੱਖ ਹੈ, ਬੰਦਾ ਹੈ, ਬੰਦਗੀ ਕਰ ਭਾਈ। ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਸਿਮਰਨ ਵਾਸਤੇ ਮਨੁੱਖਾ ਦੇਹੀ ਮਿਲੀ ਹੈ। ਕਰੋ ਸਫਲ ਲਗ ਕੈ ਅਚਲ। ਹਾਂ, ਐਵੇਂ ਵਿਅਰਥ ਨਾ ਗਵਾਓ ਮਨੁੱਖਾ ਦੇਹੀ ਨੂੰ, ਇਹਨੂੰ ਸਫਲ ਕਰੋ। ਅਚਲ ਪਰਮੇਸ਼ਰ ਜਿਹੜਾ ਹੈ ਉਹਦੇ ਨਾਲ ਲੱਗ ਕੇ ਚਲਾਏਮਾਨ ਤੋਂ ਰਹਿਤ ਨਿਹਚਲ ਪਰਮੇਸ਼ਰ ਦੇ ਵਿੱਚ ਮਨ ਲਾ ਕੇ, ਉਸ ਵਿੱਚ ਸੁਰਤੀ ਲਾ ਕੇ, ਉਹਦਾ ਨਾਮ ਜਪ ਕੇ
ਇਹ ਮਨੁੱਖਾ ਦੇ ਹੀ ਸਫਲ ਕਰਨੀ ਚਾਹੀਏ। ਤੁਮਕੋ ਸਭ ਸੁਖ ਹੋਏ। ਜਿਸ ਦੇ ਫਲ ਵਜੋਂ ਤੈਨੂੰ ਲੋਕ ਤੇ ਪਰਲੋਕ ਦੇ ਇਹ ਮੇਰੇ ਮਨਾਂ ਸਾਰੇ ਫਲ ਪ੍ਰਾਪਤ ਹੋਣਗੇ। ਬਹੁਤ ਭਾਂਤ ਕੇ ਸੁਜਸ ਜੁਤ। ਤੋ ਕਵੀ ਜੀ ਕਹਿੰਦੇ ਸਤਿਗੁਰਾਂ ਦੀ ਬਾਣੀ ਵਿੱਚ ਇਸ ਤੋਂ ਇਲਾਵਾ ਬੜੇ ਤਰ੍ਹਾਂ ਦਾ ਜਸ ਵਡਿਆਈ ਗਾਈ ਹੈ। ਲਿਖਵਾ ਵਹਿ ਉਪਦੇਸ਼। ਉਪਦੇਸ਼ ਰੂਪ ਗੁਰਬਾਣੀ ਸਤਿਗੁਰੂ ਜੀ ਉਚਾਰਦੇ ਐ, ਭਾਈ ਗੁਰਦਾਸ ਜੀ ਤੋਂ ਲਿਖਵਾਉਂਦੇ ਐ। ਆਪਣੇ ਮਨ ਪਰ ਕਿਤਕ ਕਹੈ। ਤੇ ਕਈ ਪੰਕਤੀਆਂ ਮਹਾਰਾਜ ਨੇ ਆਪਦੇ ਮਨ ਕਰਕੇ ਕੀਤੀਆਂ ਹਨ। ਜਿਵੇਂ ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਕਈ ਪੰਕਤੀਆਂ ਗਾਉਂਦੇ ਐ। ਸਿੱਖਿਅਨ ਹਰਣ ਕਲੇਸ਼। ਸਿੱਖਾਂ ਦੇ ਕਲੇਸ਼ਾਂ ਦਾ ਨਾਸ਼ ਕਰਨ ਵਾਸਤੇ, ਲੱਖਾਂ ਨਰ ਪਾਠ ਸੁਨਨ ਕਰ। ਤਾਂ ਕਿ ਇਹ ਗੁਰਬਾਣੀ ਨੂੰ ਲੱਖਾਂ ਗੁਰਮੁਖ ਪਿਆਰੇ ਸੁਣਿਆ ਕਰਨਗੇ, ਪੜ੍ਹਿਆ ਕਰਨਗੇ। ਗੁਰਮਤਿ ਕੋਰ ਧਾਰ। ਤੇ ਪਾਪੀ ਤੋਂ ਪਾਪੀ ਵੀ ਬਾਣੀ ਪੜ੍ਹ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ, ਮਹਾਰਾਜ ਦੀ ਮੱਤ ਨੂੰ ਆਪਦੇ ਹਿਰਦੇ ਵਿੱਚ ਧਾਰ ਕੇ ਸਿੱਖ ਬਣਿਆ ਕਰਨਗੇ। ਛੋੜ ਸਕਲ ਜੰਜਾਲ ਕੋ। ਤੇ ਇਹ ਸੰਸਾਰੀ ਲੋਕ ਇਹ ਝੂਠੇ ਜੰਜਾਲ ਨੂੰ ਛੱਡ ਛਡਾ ਕਰਕੇ ਹੋਏ ਭਵ ਜਲ ਪਾਰ। ਬਾਣੀ ਪੜ੍ਹ ਕੇ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਣਗੇ। ਚੌਪਈ ਸ਼੍ਰੀ ਅਰਜਨ ਸਮ ਪਰ ਉਪਕਾਰੀ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਦਿਆਲੂ ਹੈ। ਇਹਨਾਂ ਗੁਰਬਾਣੀ ਰਚੀ ਜੀਵਾਂ ਦੀ ਕਲਿਆਣ ਵਾਸਤੇ ਸਾਰਿਆਂ ਤੇ ਦਇਆ ਕਰਨ ਵਾਲੇ ਹਨ। ਹੋਇਓ ਨਹਿ ਹੋਏ ਨਾ ਹਿਤ ਧਾਰੀ। ਨਾ ਤਾਂ ਸਤਿਗੁਰਾਂ ਵਰਗਾ ਪਰਉਪਕਾਰੀ ਦਿਆਲੂ ਕਿਰਪਾਲੂ ਨਾ ਪਹਿਲਾਂ ਕਦੇ ਹੋਇਆ। ਕਵੀ ਜੀ ਕਹਿੰਦੇ ਪਿਛਲੇ ਯੁੱਗਾਂ ਵਿੱਚ ਨਾ ਕੋਈ ਹੋਣਾ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਦੋਨੋਂ ਵੱਡੇ ਜਹਾਜ਼ ਬਣਾਏ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖਾਂ ਨੂੰ ਤਾਰਨ ਵਾਸਤੇ ਜਾਂ ਡੁੱਬਦੇ ਜੀਵਾਂ ਨੂੰ ਤਾਰਨ ਵਾਸਤੇ ਸੰਸਾਰ ਤੋਂ ਦੋ ਵੱਡੇ ਜਹਾਜ਼ ਬੇੜੇ ਬਣਾਉਣਾ ਕੀਤੇ ਐ। ਭਰ ਭਰ ਪੂਰ ਸੁਪਾਰ ਲੰਘਾਏ। ਜਿਨ੍ਹਾਂ ਦੋ ਜਹਾਜ਼ਾਂ ਵਿੱਚ ਪੂਰ ਭਰ ਭਰ ਕੇ ਜੀਵਾਂ ਦਾ ਮਹਾਰਾਜ ਜੀ ਸੰਸਾਰ ਦੇ ਆਵਾਗਾਉਣ ਸਮੁੰਦਰ ਤੋਂ ਪਾਰ ਲੰਘਾ ਰਹੇ ਐ। ਸ਼੍ਰੀ ਅੰਮ੍ਰਿਤਸਰ ਵਿੱਚ ਹਰ ਮੰਦਰ। ਉਹ ਦੋ ਜਹਾਜ਼ ਕਿਹੜੇ ਬਣਾਏ? ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਪਹਿਲਾ ਜਹਾਜ਼ ਬਣਾਇਆ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ, ਜਿਹੜਾ ਹਰਿਮੰਦਰ ਰਚਿਆ ਹੈ। ਹਰਿਮੰਦਰ ਸਾਹਿਬ ਇੱਕ ਵੱਡਾ ਜਹਾਜ਼ ਪਹਿਲਾ ਹੈ। ਰਚਨਾ ਬਹੁ ਬਣਾਏ ਕਰ ਸੁੰਦਰ। ਬੜੀ ਸੋਹਣੀ ਰਚਨਾ ਜਿਸ ਦੀ ਬਣਾਉਣਾ ਕੀਤੀ ਹੈ। ਸ਼੍ਰੀ ਗ੍ਰੰਥ ਸਾਹਿਬ ਰਚ ਦੂਜਾ। ਤੇ ਦੂਜਾ ਜਹਾਜ਼ ਕਵੀ ਜੀ ਕਹਿੰਦੇ ਮਹਾਰਾਜ ਨੇ ਬੇੜਾ ਬੰਨਿਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਦੂਜਾ ਜਹਾਜ਼ ਹੈ। ਨਿਜ ਥਲ ਸਥਿਤ ਕਰ ਠਾਨੀ ਪੂਜਾ। ਸੱਚੇ ਪਾਤਸ਼ਾਹ ਜੀਆਂ ਆਪਦੇ ਥਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਕੇ 10ਵੇਂ ਜਾਮੇ ਅੰਦਰ ਤੇ ਇਸੇ ਦੀ ਪੂਜਾ ਕਰਵਾਈ ਹੈ। ਦੋ ਜਹਾਜ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਬਣਾਏ ਹੈ। ਇੱਕ ਹਰਿਮੰਦਰ ਸਾਹਿਬ ਖਾਲਸਾ ਜੀ, ਹਰਿਮੰਦਰ ਸਾਹਿਬ ਵੀ ਵੱਡਾ ਜਹਾਜ਼ ਹੈ। ਉਹਦੀ ਸੇਵਾ ਕੋ ਦਰਸ਼ਨ ਮੇਲੇ ਕਰੇ ਤੇ ਸੰਸਾਰ ਇਸ ਸਮੁੰਦਰ ਵਿੱਚੋਂ ਪਾਰ ਹੋ ਜਾਂਦਾ ਹੈ। ਦੂਜਾ ਜਹਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਵੀ ਜਿਹੜਾ ਹਰਿਮੰਦਰ ਸਾਹਿਬ ਨਹੀਂ ਜਾ ਸਕਦਾ ਕਿਸੇ ਸਮੇਂ, ਉਹ ਅੱਜ ਵੇਖੋ ਘਰ ਘਰ ਗੁਰੂ ਘਰ ਤੇ ਥਾਂ ਥਾਂ ਤੇ ਸਤਿਗੁਰਾਂ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਇਹ ਪਾਵਨ ਪਵਿੱਤਰ ਜਹਾਜ਼ ਹੈ। ਵਾਹਿਗੁਰੂ ਦੀ ਨਾਮ ਦੀ ਸੋਭਾ ਜਿਸ ਵਿੱਚ ਗਾਈ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨਹਾਰ। ਗੁਰੂ ਪਾਰ ਉਤਾਰਨ ਵਾਲੇ ਉਹ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਵੀ ਜੀ ਕਹਿੰਦੇ ਬਹੁਤ ਪਰਉਪਕਾਰ ਕੀਤਾ। ਸਤਿਗੁਰਾਂ ਨੇ ਦੋ ਜਹਾਜ਼ ਬਣਾਏ ਜੀਵਾਂ ਦੀ ਕਲਿਆਣ ਵਾਸਤੇ। ਇਨ ਦੋਨਾਂ ਕੇ ਆਸ਼ਰਿਤ ਹੋਵੈ ਕੈ। ਜਿਹੜਾ ਪ੍ਰਾਣੀ ਇਹਨਾਂ ਦੋਵਾਂ ਦੇ ਆਸਰੇ ਹੋਵੇਗਾ, ਹਰਿਮੰਦਰ ਸਾਹਿਬ ਦੇ ਆਸਰਾ ਤੱਕੇਗਾ, ਦੂਜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਰਾ ਤੱਕੇਗਾ। ਕਰਤ ਜੀਵ ਕਾ ਬਹੁ ਸੁਖ ਪੈ ਕੈ। ਬੜੇ ਸੁਖ ਪ੍ਰਾਪਤ ਕਰੇਗਾ, ਨਾਲੇ ਜੀਵਕਾ ਪਰਮਾਰਥ ਦੇ ਰਸਤੇ ਦੀ ਉਪਜੀਵਕਾ ਪ੍ਰਾਪਤ ਹੋਵੇਗੀ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਪਰਮੇਸ਼ਰ ਵਾਲੇ ਪਾਸੇ ਜਾਂਦਿਆਂ ਦੀ, ਉਹ ਦਰਗਾਹ ਜਾਂਦਿਆਂ ਦੇ ਰਸਤੇ ਦੀ ਸਾਰੀ ਸਹਾਇਤਾ ਕਰਨ ਵਾਲਾ, ਸੁਖ ਦੇਣ ਵਾਲੇ ਦੋਵੇਂ ਜਹਾਜ਼ ਹੈ। ਇਹਨਾਂ ਦੇ ਆਸਰੇ ਜਿਹੜਾ ਹੋਵੇਗਾ, ਇੱਕ ਹਰਿਮੰਦਰ ਸਾਹਿਬ ਦੇ, ਦੂਜਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ,
ਉਹ ਸਦਾ ਭਾਈ ਲੋਕ ਤੇ ਪਰਲੋਕ ਵਿੱਚ ਸੁਖੀ ਰਹੇਗਾ। ਇਮ ਇਸ ਲੋਕ ਭਲਾ ਬਹੁ ਕੇਰਾ। ਇਸ ਤਰ੍ਹਾਂ ਮਹਾਰਾਜ ਨੇ ਦੂਜੀ ਗੱਲ ਵੀ, ਚਲੋ ਕਿੰਨਿਆਂ ਦੀ ਉਪਜੀਵਕਾ ਚੱਲਦੀ, ਹਰਿਮੰਦਰ ਸਾਹਿਬ ਦੀ ਸੇਵਾ ਤੋਂ ਬੜਿਆਂ ਪਰਿਵਾਰਾਂ ਦਾ ਪ੍ਰਸ਼ਾਦਾ ਪਾਣੀ ਚੱਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕਿੰਨੇ ਗ੍ਰੰਥੀ ਸਿੰਘ, ਰਾਗੀ, ਕੀਰਤਨੀ ਸਿੰਘ ਉਪਜੀਵਕਾ ਚਲਾ ਰਹੇ ਸੰਗਤ ਦੀ ਮਾਇਆ ਨਾਲ, ਗਰੀਬ ਨਵਾਜ ਦੀ ਦਇਆ ਨਾਲ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ, ਬੜੀ ਦਇਆ ਕੀਤੀ ਮਹਾਰਾਜ ਨੇ। ਇਸੇ ਤਰ੍ਹਾਂ ਇਸ ਲੋਕ ਭਲਾ ਬਹੁ ਕਰਾ। ਮਹਾਰਾਜ ਨੇ ਬੜਾ ਭਲਾ ਕੀਤਾ ਇਸ ਸੰਸਾਰ ਦਾ। ਕਰਿਓ ਗੁਰੂ ਅਰਜਨ ਹਿਤ ਹੇਰਾ। ਸਾਡਾ ਭਲਾ ਵੇਖ ਕੇ ਸਾਡੀ ਕਲਿਆਣ ਕਰਨ ਵਾਸਤੇ ਮਹਾਰਾਜ ਨੇ ਬੜੀ ਦਇਆ ਕੀਤੀ, ਪ੍ਰੇਮ ਕੀਤਾ ਹੈ। ਸ਼ਰਧਾ ਧਰਹਿ ਸੁਦਾ ਸੁਰ ਮੱਜਹਿ। ਕਵੀ ਜੀ ਕਹਿੰਦੇ, ਜਿਹੜਾ ਸ਼ਰਧਾ ਧਾਰ ਕੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰੇਗਾ, ਪਾਪ ਕਮਾਤੇ ਸਭ ਹੀ ਭੱਜਹਿ। ਉਹਦੇ ਸਾਰੇ ਪਿਛਲੇ ਜਨਮਾਂ ਦੇ ਕੀਤੇ ਹੋਏ ਪਾਪ ਭੱਜਣਗੇ। ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਹਰ ਮੰਦਰ ਮਹਿ ਹਰ ਜਸ ਗਾਏ। ਤੇ ਹਰੀ ਮੰਦਰ ਬਣਾਇਆ, ਜਿਸ ਵਿੱਚ ਸੰਗਤਾਂ ਬਹਿ ਕੇ ਪਰਮੇਸ਼ਰ ਦੀ ਜਸ ਵਡਿਆਈ ਕਰਿਆ ਕਰਨਾ। ਕੈਦੋਂ ਬੈਠ ਸੁਨਹਿ ਮਨ ਲਾਏ। ਕਈ ਬਹਿ ਕਰਕੇ ਮਨ ਲਾ ਕੇ ਗੁਰਬਾਣੀ ਕੋਈ ਪੜ੍ਹਦਾ ਹੈ, ਕੋਈ ਸੁਣ ਲੈਂਦਾ ਹੈ, ਆਖ ਕੋ ਤਜ ਕਰ ਸੁਭਗਤ ਲੀਨਾ। ਤਾਂ ਕਿ ਜੀਵ ਇਹ ਪਾਪ ਛੱਡ ਦੇਣ ਤੇ ਚੰਗੀ ਗਤੀ ਲੈਣ, ਕਲਿਆਣ ਪ੍ਰਾਪਤ ਕਰ ਲੈਣਗੇ। ਇਮ ਪਰਲੋਕ ਭਲਾ ਗੁਰ ਕੀਨਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀਆਂ ਨੇ ਲੋਕ ਤੇ ਪਰਲੋਕ ਵਿੱਚ ਜੀਵਾਂ ਦਾ ਭਲਾ ਕੀਤਾ ਹੈ। ਜਾਂ ਤੇ ਇਨ ਸਮਸਰ ਉਪਕਾਰੀ। ਜਿਸ ਕਰਕੇ ਕਵੀ ਜੀ ਕਹਿੰਦੇ, ਸਤਿਗੁਰਾਂ ਦੇ ਵੱਡਾ ਜਿੱਡਾ ਪਰ ਉਪਕਾਰੀ। ਅਪਰ ਨ ਸੁਣਿਓ ਨ ਕਬਹੁ ਨਿਹਾਰੀ। ਨਾ ਕਦੇ ਦੇਖਿਆ ਤੇ ਨਾ ਕਦੇ ਪਿਛਲੇ ਯੁਗਾਂ ਦੀ ਕਥਾ ਵਿੱਚ ਸੁਣਿਆ ਪਿਆ ਹੈ। ਧੰਨ ਗੁਰੂ ਅਰਜਨ ਗੁਣ ਖਾਨੀ। ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਜੀ, ਆਪ ਮਹਾਰਾਜ ਗੁਣਾਂ ਦਾ ਖਜ਼ਾਨਾ, ਗੁਣਾਂ ਦੀ ਖਾਣ ਹੋ। ਪਰ ਉਪਕਾਰ ਰੈਨ ਦਿਨ ਠਾਨੀ। ਜਿਨ੍ਹਾਂ ਨੇ ਦਿਨ ਰਾਤ ਹੀ ਜੀਵਾਂ ਦੀ ਕਲਿਆਣ ਵਾਸਤੇ ਬੜਾ ਪਰ ਉਪਕਾਰ ਕੀਤਾ ਹੈ। ਬਾਰ ਬਾਰ ਤਿਨ ਕੇ ਪਗ ਨਮੋ। ਵਾਰ ਵਾਰ ਕਵੀ ਜੀ ਕਹਿੰਦੇ, ਵਾਰ ਵਾਰ ਐਸੇ ਗੁਰ ਕਉ ਬਲ ਬਲ ਜਾਈਐ। ਐਸਾ ਗੁਰ ਵਡਭਾਗੀ ਪਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਵਾਰ ਵਾਰ ਇਹੋ ਜਿਹੇ ਸਤਿਗੁਰਾਂ ਤੋਂ ਸਦਕੇ 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 ਬਲਿਹਾਰੇ 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 ਜਾਈਏ ਜੀ। ਕਰਹੁ ਸਹਾਏ ਅੰਤ ਕੇ ਸਮੋ। ਤੇ ਸਤਿਗੁਰਾਂ ਦੇ ਚਰਨਾਂ ਤੇ ਵਾਰ ਵਾਰ ਨਮਸਕਾਰ 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 ਹੈ। ਇਹੋ ਜਿਹੇ ਸਤਿਗੁਰਾਂ ਦੇ ਅਸੀਂ ਬਲਿਹਾਰੇ ਸਦਕੇ ਜਾਈਏ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ, ਮਹਾਰਾਜ ਸਾਡੀ ਅੰਤਲੇ ਸਮੇਂ ਸਾਰਿਆਂ ਜੀਵਾਂ ਦੀ ਕਥਾ ਸੁਣਨ ਵਾਲਿਆਂ ਦੀ, ਕਥਾ ਪੜ੍ਹਨ ਵਾਲਿਆਂ ਦੀ ਕਲਿਆਣ ਕਰਨੀ। ਮਹਾਰਾਜ ਜੀ ਅੰਤਲੇ ਸਮੇਂ ਸਹਾਇਤਾ ਕਰਨੀ। ਗੁਰੂ ਗਰੀਬ ਨਵਾਜ ਆਪ ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲੇ ਹੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਇੱਥੇ ਪ੍ਰਸੰਗ ਖਾਲਸਾ ਦੀ ਤੀਸਰੀ ਰਾਸ ਤੇ 45 ਅੰਸੂ ਦੀ ਸਮਾਪਤੀ ਹੈ। ਅੱਗੇ ਜਿਵੇਂ ਭਾਈ ਲੱਦਾ ਜੀ ਫਿਰ ਗਏ ਆਪਣੇ ਨਗਰ ਨੂੰ, ਉੱਥੋਂ ਕੁਝ ਭਗਤ ਫਿਰ ਆਏ ਸਨ, ਜਿਵੇਂ ਕਾਨੇ ਵਰਗੇ, ਪੀਲੂ ਵਰਗੇ, ਹੋਰ ਆਦਿਕ ਜਿਹੜੇ ਵੈ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਣੀ ਲਿਖਣ ਦਾ ਜਦੋਂ ਪਤਾ ਲੱਗਿਆ, ਫਿਰ ਆਏ ਆਪਦੀ ਬਾਣੀ ਲਿਖਾਉਣ ਵਾਸਤੇ। ਉਹਨਾਂ ਦਾ ਪ੍ਰਸੰਗ ਜਿਵੇਂ ਆਉਂਦਾ ਹੈ, ਮਹਾਰਾਜ ਨੇ ਜਿਵੇਂ ਇਹਨਾਂ ਦਾ ਨਿਸਤਾਰਾ ਕੀਤਾ, ਕਾਨੇ ਵਰਗਿਆਂ ਦਾ ਹੰਕਾਰ ਤੋੜਿਆ, ਉਹ ਸਾਰਾ ਪ੍ਰਸੰਗ ਅਗਲੇ ਦੀ ਬਾਣ ਵਿੱਚ ਸੁਣਾਂਗੇ ਜੀ। ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਗੁਰੂ ਅਰਜਨ ਗੁਣ ਖਾਨੀ। ਪਰ ਉਪਕਾਰ ਰੈਨ ਦਿਨ ਠਾਨੀ। ਬਾਰ ਬਾਰ ਤਿਨ ਕੇ ਪਗ ਨਮੋ। ਕਰਹੁ ਸਹਾਏ ਅੰਤ ਕੇ ਸਮੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।